ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਦਾ ਸਾਡਾ ਟੌਪਿਕ ਹੈ ਕਲਾਸੀਕਲ ਐਂਡ ਕੇਨਜ਼ੀਅਨ ਸਿਸਟਮ। ਅੱਜ ਅਸੀਂ ਪੜ੍ਹਾਂਗੇ ਕਲਾਸੀਕਲ ਥਿਊਰੀ ਆਫ ਇਨਕਮ ਐਂਡ ਇੰਪਲੋਇਮੈਂਟ ਡਿਟਰਮੀਨੇਸ਼ਨਸ ਕਿ ਕਿੱਦਾਂ ਜਿਹੜੀ ਇਨਕਮ ਐਂਡ ਇੰਪਲੋਇਮੈਂਟ ਹੈ ਆਪਣੀ ਇਕੋਨਮੀ ਦੇ ਵਿੱਚ ਆਪਾਂ ਕਿੱਥੋਂ ਤੱਕ ਕਰ ਸਕਦੇ ਹਾਂ। ਇਨਕਮ ਮੀਨਸ ਆਊਟਪੁੱਟ ਹੈ, ਜਿਹੜੀ ਉਹਦੀ ਪ੍ਰੋਡਕਸ਼ਨ ਕਿੱਥੋਂ ਤੱਕ ਹੁੰਦੀ ਆ, ਤੇ ਜਿਹੜੀ ਆਪਣੀ ਫੁੱਲ ਇੰਪਲੋਇਮੈਂਟ ਹੈ ਉਹ ਆਪਾਂ ਕਿੱਦਾਂ ਗੇਨ ਕਰ ਸਕਦੇ ਹਾਂ। ਮੀਨਸ ਜਿਹੜੀ ਆਪਣੀ ਇਕੋਨਮੀ ਹੈ ਉਹ ਇਕੁਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਕਦੋਂ ਹੋਏਗੀ। ਇਕੁਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਮਤਲਬ ਜਿੱਥੇ ਕਹਿੰਦੇ ਫੁੱਲ ਇੰਪਲੋਇਮੈਂਟ ਹੈ, ਉਸ ਦਾ ਮਤਲਬ ਹੈ ਕਿ ਜਿਹੜੀ ਲੇਬਰ ਦੀ ਡਿਮਾਂਡ ਹੈ ਲੇਬਰ ਦੀ ਸਪਲਾਈ ਦੇ ਇਕੁਅਲ ਹੈ, ਤਦ ਆਪਣੀ ਇਕੋਨਮੀ ਫੁੱਲ ਇੰਪਲੋਇਮੈਂਟ ਦੇ ਵਿੱਚ ਹੋਏਗੀ। ਐਂਡ ਫਿਰ ਆਊਟਪੁੱਟ ਡਿਟਰਮੀਨੇਸ਼ਨ, ਆਊਟਪੁੱਟ ਕਿੱਥੇ ਫਿਕਸ ਹੋਏਗੀ, ਜਿੱਥੇ ਆਊਟਪੁੱਟ ਐਂਡ ਜਿਹੜੀ ਆਪਣੀ ਸਪਲਾਈ ਹੈ ਤੇ ਡਿਮਾਂਡ ਹੈ ਉਹ ਇਕੁਅਲ ਹੋਣਗੇ, ਇਕੁਲਿਬਰੀਅਮ ਦੇ ਵਿੱਚ ਹੋਣਗੇ, ਤੇ ਫੁੱਲ ਇੰਪਲੋਇਮੈਂਟ ਤੱਕ ਹੀ ਆਪਣੀ ਜਿਹੜੀ ਆਊਟਪੁੱਟ ਹੈ ਉਹ ਪੋਸੀਬਲ ਹੈ। ਤਦ ਕਹਿੰਦੇ ਆਊਟਪੁੱਟ ਐਂਡ ਜਿਹੜੀ ਆਪਣੀ ਇੰਪਲੋਇਮੈਂਟ ਥਿਊਰੀ ਆਫ ਇਨਕਮ ਐਂਡ ਆਊਟਪੁੱਟ ਡਿਟਰਮੀਨੇਸ਼ਨ ਦੀ ਹੈ ਉਹ ਕੇਨਸ ਨੇ, ਕਲਾਸੀਕਲਸ ਨੇ ਦਿੱਤੀ ਸੀਗੀ। ਅੱਜ ਆਪਾਂ ਕਰਾਂਗੇ ਕਲਾਸੀਕਲ ਥਿਊਰੀ ਆਫ ਇਨਕਮ ਐਂਡ ਇੰਪਲੋਇਮੈਂਟ ਡਿਟਰਮੀਨੇਸ਼ਨ। ਸਭ ਤੋਂ ਪਹਿਲਾਂ ਆਪਾਂ ਪੜ੍ਹ ਲੈਂਦੇ ਹਾਂ ਇਹਨਾਂ ਥਿਊਰੀਜ਼ ਬਾਰੇ। ਇੰਟਰੋਡਕਸ਼ਨ ਦੇਖੋ, ਕਹਿੰਦੇ ਕਲਾਸੀਕਲ ਜਿਹੜੀ ਟਰਮ ਸੀਗੀ ਯੂਜ਼ਡ ਕੀਤੀ ਸੀ ਸਭ ਤੋਂ ਪਹਿਲਾਂ ਕੇਨਸ ਨੇ। ਕਹਿੰਦੇ ਉਹਨਾਂ ਨੇ ਆਪਣੀ ਜਿਹੜੀ ਮੈਕਰੋ ਇਕਨੋਮਿਕਸ ਦੇ ਇਸ਼ੂ ਸੀਗੇ ਉਹਨਾਂ ਨੂੰ ਆਪਣੀ ਜਿਹੜੀ ਥਿਊਰੀ ਸੀ, ਬੁੱਕ ਸੀਗੀ, ਉਹਦੇ ਵਿੱਚ ਲਿਖਿਆ ਸੀਗਾ। ਤਾਂ ਬੁੱਕ ਕਿਹੜੀ ਸੀਗੀ? ਉਹ ਤਾਂ ਜਨਰਲ ਥਿਊਰੀ ਆਫ ਇੰਪਲੋਇਮੈਂਟ ਇੰਟਰਸਟ ਐਂਡ ਮਨੀ ਦੇ ਵਿੱਚ ਕਹਿੰਦੇ ਕੇਨਸ ਨੇ 1936 ਦੇ ਵਿੱਚ ਇਹ ਜਿਹੜੀ ਥਿਊਰੀ ਸੀਗੀ ਇਨਕਮ ਐਂਡ ਇੰਪਲੋਇਮੈਂਟ ਨੂੰ ਲੈ ਕੇ ਉਹਦੇ ਵਿੱਚ ਦਿੱਤੀ ਸੀਗੀ ਆਪਣੀ ਬੁੱਕ। ਜੀ ਬੁੱਕ ਦਾ ਨਾਮ ਕੀ ਹੈ? ਦ ਜਨਰਲ ਥਿਊਰੀ ਆਫ ਇੰਪਲੋਇਮੈਂਟ ਇੰਟਰਸਟ ਐਂਡ ਮਨੀ, ਜੋ 1936 ਦੇ ਵਿੱਚ ਲਿਖੀ ਸੀਗੀ। ਕਹਿੰਦੇ ਡਿਫਰੈਂਟ ਜਿਹੜੇ ਕਲਾਸੀਕਲ ਇਕੋਨੋਮਿਸਟ ਸੀਗੇ ਉਹਨਾਂ ਨੇ ਮੈਕਰੋ ਇਕਨੋਮਿਕਸ ਦੇ ਇਸ਼ੂਜ਼ ਨੂੰ ਲੈ ਕੇ ਆਪਣੀਆਂ ਜਿਹੜੀਆਂ ਡਿਫਰੈਂਟ ਥਾਟਸ ਨੇ ਉਹਨਾਂ ਨੂੰ ਕੀ ਕੀਤਾ ਹੈ, ਰਿਪਰੈਜ਼ੈਂਟ ਕੀਤਾ ਹੈ। ਤਾਂ ਕਲਾਸੀਕਲ ਥਿਊਰੀ ਦੇ ਵਿੱਚ ਕੀ ਆ, ਕਹਿੰਦੇ ਡਿਫਰੈਂਟ ਇਕੋਨੋਮਿਸਟ ਨੇ ਜਿਹੜੇ ਆਉਂਦੇ ਨੇ। ਉਹਨਾਂ ਇਕੋਨੋਮਿਸਟ ਦੇ ਨਾਮ ਤੁਸੀਂ ਦੇਖ ਸਕਦੇ ਹੋ, ਜਿਵੇਂ ਕਿ ਡੇਵਿਡ ਰਿਕਾਰਡੋ ਹੋ ਗਿਆ, JB ਸੇ ਹੋ ਗਿਆ, ਕਾਰਲ ਮਾਰਕਸ ਹੋ ਗਿਆ, ਐਡਮ ਸਮਿਥ ਹੋ ਗਿਆ। ਇਹ ਸਾਰੇ ਕੀ ਨੇ? ਆਪਣੇ ਜਿਹੜੇ ਕਲਾਸੀਕਲ ਇਕੋਨੋਮਿਸਟ ਨੇ। ਤੇ ਜਿਹੜੇ ਆਪਣੇ ਨਿਊ ਕਲਾਸੀਕਲ ਇਕੋਨੋਮਿਸਟ ਨੇ ਉਹਨਾਂ ਦੇ ਵਿੱਚ AC ਪੀਗੂ ਆ ਗਿਆ, ਅਲਫਰਡ ਮਾਰਸ਼ਲ ਆ ਗਿਆ। ਠੀਕ ਹੈ, ਤਾਂ ਕਲਾਸੀਕਲ ਐਂਡ ਨਿਊ ਕਲਾਸੀਕਲ ਜਿਹੜੀਆਂ ਥਿਊਰੀਜ਼ ਨੇ ਇੰਪਲੋਇਮੈਂਟ ਤੇ ਆਊਟਪੁੱਟ ਨੂੰ ਲੈ ਕੇ ਦਿੱਤੀਆਂ ਗਈਆਂ ਨੇ। ਕਹਿੰਦੇ ਆਲ ਦੇ ਜਿਹੜੇ ਕਲਾਸੀਕਲ ਇਕੋਨੋਮਿਸਟ ਨੇ ਉਹ ਕੀ ਕਹਿੰਦੇ ਨੇ, ਸਿਮਿਲਰ ਕਨਕਲੂਜਨ ਦਿੰਦੇ ਨੇ ਇੰਪਲੋਇਮੈਂਟ ਤੇ ਇਨਕਮ ਨੂੰ ਲੈ ਕੇ। ਉਹ ਕਹਿੰਦੇ ਨੇ ਕਿ ਡਿਟਰਮੀਨੇਸ਼ਨ ਆਫ ਇਕੁਇਲਿਬਰੀਅਮ ਲੈਵਲ ਆਫ ਇਨਕਮ ਐਂਡ ਇੰਪਲੋਇਮੈਂਟ ਇਨ ਐਨ ਇਕੋਨਮੀ ਕਿੱਥੇ ਪੋਸੀਬਲ ਹੋਏਗੀ? ਕਹਿੰਦੇ ਫ੍ਰੀ ਮਾਰਕੀਟ ਫੋਰਸਿਸ ਦੇ ਥਰੂ ਹੋਏਗੀ। ਕਲਾਸੀਕਲ ਥਿਊਰੀ ਦੇ ਵਿੱਚ ਜਿਹੜੇ ਕਲਾਸੀਕਲ ਇਕੋਨੋਮਿਸਟ ਨੇ ਉਹਨਾਂ ਦੇ ਕੀ ਵਿਊ ਨੇ? ਉਹ ਕਹਿੰਦੇ ਨੇ ਫੁੱਲ ਇੰਪਲੋਇਮੈਂਟ ਇਜ਼ ਅ ਨਾਰਮਲ ਫੀਚਰਸ ਆਫ ਕੈਪੀਟਲਿਸਟ ਇਕੋਨਮੀ। ਨਾਰਮਲ ਫੀਚਰਸ ਮੀਨਸ ਜਿਹੜੀ ਸਧਾਰਨ ਗੱਲ ਹੈ, ਜਿਹੜੀ ਆਪਣੀ ਫੁੱਲ ਇੰਪਲੋਇਮੈਂਟ ਜੋ ਹੈ, ਫੁੱਲ ਇੰਪਲੋਇਮੈਂਟ ਮੀਨਸ ਜਿੱਥੇ ਡਿਮਾਂਡ ਤੇ ਸਪਲਾਈ ਕੀ ਹੁੰਦੀ ਹੈ, ਇਕੁਅਲ ਹੁੰਦੀ ਆ। ਕਿਸ ਚੀਜ਼ ਦੀ? ਕਹਿੰਦੇ ਆ ਕੈਪੀਟਲਿਸਟ ਇਕੋਨਮੀ। ਕੈਪੀਟਲਿਸਟ ਇਕੋਨਮੀ ਪੂੰਜੀਵਾਦੀ, ਜਿੱਥੇ ਖੁਦ ਕੀ ਆ ਇਨਵੈਸਟ ਕਰਦੇ ਨੇ ਤੇ ਖੁਦ ਹੀ ਆਪਣਾ ਬੈਨੀਫਿਟਸ ਲੈਂਦੇ ਨੇ। ਕਹਿੰਦੇ ਅਗਰ ਅਨਇੰਪਲੋਇਮੈਂਟ ਸ਼ਾਰਟ ਪੀਰੀਅਡ ਦੇ ਵਿੱਚ ਕਿਤੇ ਨਾ ਕਿਤੇ ਆ ਵੀ ਜਾਂਦੀ ਹੈ ਆਪਣੀ ਇਕੋਨਮੀ ਦੇ ਵਿੱਚ, ਤਾਂ ਫ੍ਰੀ ਮਾਰਕੀਟ ਫੋਰਸਿਸ ਦੇ ਥਰੂ ਆਪਣੇ ਆਪ ਜਿਹੜੀ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਆ ਉਹ ਆ ਜਾਏਗੀ। ਮਤਲਬ ਗਵਰਨਮੈਂਟ ਦੀ ਇੰਟਰਵੈਂਸ਼ਨ ਦੀ ਲੋੜ ਨਹੀਂ ਹੈਗੀ। ਫ੍ਰੀ ਮਾਰਕੀਟ ਫੋਰਸਿਸ ਦੇ ਵਿੱਚ ਕਹਿੰਦੇ ਕਿੱਦਾਂ ਜਿਹੜੀ ਹੈ ਫੁੱਲ ਇੰਪਲੋਇਮੈਂਟ ਹੋ ਜਾਏਗੀ? ਮੰਨ ਲਓ ਕਿ ਲੇਬਰ ਦੀ ਜਿਹੜੀ ਸਪਲਾਈ ਹੈ ਉਹ ਹੈ ਜ਼ਿਆਦਾ, ਲੇਕਿਨ ਲੇਬਰ ਦੀ ਡਿਮਾਂਡ ਘੱਟ ਹੈ। ਤਦ ਫਿਰ ਕੀ ਹੋਏਗਾ? ਆਪਣੇ ਆਪ ਸਪਲਾਈ ਜ਼ਿਆਦਾ ਤੇ ਡਿਮਾਂਡ ਘੱਟ ਹੋਣ ਦੇ ਕਾਰਨ ਜਿਹੜੀਆਂ ਆਪਣੀਆਂ ਵੇਜ ਰੇਟ ਨੇ ਉਹ ਕੀ ਹੋ ਜਾਣਗੀਆਂ? ਥੋੜ੍ਹੀ ਜਿਹੀਆਂ ਡਿਕਰੀਜ਼ ਹੋ ਜਾਣਗੀਆਂ। ਵੇਜ ਰੇਟ ਡਿਕਰੀਜ਼ ਹੋਣ ਦੇ ਨਾਲ ਜਿਹੜੀ ਡਿਮਾਂਡ ਆ ਉਹ ਕੀ ਹੋ ਜਾਏਗੀ? ਇਨਕਰੀਜ਼ ਹੋ ਜਾਏਗੀ। ਇਸ ਤਰ੍ਹਾਂ ਲੇਬਰ ਦੀ ਡਿਮਾਂਡ ਸਪਲਾਈ ਦੇ ਇਕੁਅਲ ਹੋ ਜਾਏਗੀ। ਇਸ ਤਰ੍ਹਾਂ ਜਿਹੜੀ ਆਪਣੀ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਆ ਉਹ ਆ ਜਾਏਗੀ। ਕਿਉਂਕਿ ਜਦੋਂ ਵੇਜ ਰੇਟ ਘੱਟ ਹੁੰਦੀ ਹੈ ਤਾਂ ਡਿਮਾਂਡ ਜ਼ਿਆਦਾ ਹੁੰਦੀ ਹੈ। ਠੀਕ ਹੈ, ਤਾਂ ਵੇਜ ਰੇਟ ਘਟਣ ਦੇ ਨਾਲ ਡਿਮਾਂਡ ਸਪਲਾਈ ਦੇ ਇਕੁਅਲ ਆ ਜਾਏਗੀ, ਜਿਹਦੇ ਨਾਲ ਆਪਣੀ ਇਕੋਨਮੀ ਦੇ ਵਿੱਚ ਆਪਣੇ ਆਪ ਫ੍ਰੀ ਮਾਰਕੀਟ ਫੋਰਸਿਸ ਦੇ ਥਰੂ ਜਿਹੜੀ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਆ ਜਾਏਗੀ। ਤਾਂ ਉਸ ਟਾਈਮ ਗਵਰਨਮੈਂਟ ਦੀ ਇੰਟਰਵੈਂਸ਼ਨ ਦੀ ਲੋੜ ਨਹੀਂ ਹੈਗੀ। ਮੀਨਸ ਇੱਥੇ ਵੇਜ ਕੱਟ ਜਿਹੜੀ ਥਿਊਰੀ ਹੈ ਉਹ ਅਪਲਾਈ ਹੋ ਰਹੀ ਹੈ, ਜਿਸ ਦੇ ਅਕੋਰਡਿੰਗ ਲੇਬਰ ਦੀ ਡਿਮਾਂਡ ਤੇ ਸਪਲਾਈ ਦੇ ਵਿੱਚ ਇਕੁਇਲਿਬਰੀਅਮ ਆ ਜਾਏਗਾ। ਤੇ ਕਲਾਸੀਕਲ ਸਪੋਜ਼ ਦੱਸਦੇ ਨੇ ਕਿ ਇਕੁਇਲਿਬਰੀਅਮ ਲੈਵਲ ਆਫ ਇਨਕਮ ਐਂਡ ਇੰਪਲੋਇਮੈਂਟ ਆਪਣੇ ਆਪ ਜਨਰੇਟ ਹੋਏਗੀ। ਤਾਂ ਕਿਸ ਤਰ੍ਹਾਂ ਹੋਏਗੀ? ਕਹਿੰਦੇ ਫੁੱਲ ਇੰਪਲੋਇਮੈਂਟ ਦੀ ਹਮੇਸ਼ਾ ਹੀ ਸਿਚੁਏਸ਼ਨ ਰਹੇਗੀ। ਆਟੋਮੈਟਿਕਲੀ ਕਹਿੰਦੇ ਗਵਰਨਮੈਂਟ ਇੰਟਰਵੈਂਸ਼ਨ ਤੋਂ ਬਿਨਾਂ ਜਿਹੜੀ ਆਊਟਪੁੱਟ ਇਕੁਇਲਿਬਰੀਅਮ ਹੈ ਉਹ ਵੀ ਪੋਸੀਬਲ ਹੋ ਸਕਦਾ ਹੈ। ਆਊਟਪੁੱਟ ਇਕੁਇਲਿਬਰੀਅਮ ਮੀਨਸ ਜਿੱਥੇ ਆਪਣੀ ਜਿਹੜੀ ਹੈ ਗੁਡਸ ਦੀ ਡਿਮਾਂਡ ਤੇ ਸਪਲਾਈ ਇਕੁਅਲ ਹੁੰਦੀ ਹੈ, ਜਿੰਨੀ ਸਪਲਾਈ ਉਨੀ ਹੀ ਡਿਮਾਂਡ। ਕਿਉਂਕਿ ਇੱਥੇ ਇਹਨਾਂ ਨੇ ਜਿਹੜਾ ਹੈ
कि अपना JB ਦਾ ਜਿਹੜਾ ਹੈ ਸਪਲਾਈ ਕ੍ਰੀਏਟਸ ਇਟਸ ਓਨ ਡਿਮਾਂਡ, ਉਹ ਲਾਅ ਹੈ ਕੀ ਹੈ ਅਪਲਾਈ ਹੋ ਰਿਹਾ ਹੈ। ਤਾਂ ਆਪਾਂ ਇਸ ਦੇ ਵਿੱਚ ਦੇਖ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜੀ ਹੈ ਕਲਾਸੀਕਲ ਥਿਊਰੀ ਇਹਦੇ ਵਿੱਚ ਇਹਨਾਂ ਨੇ ਬੋਲਿਆ ਕਿ ਫੁੱਲ ਇੰਪਲਾਇਮੈਂਟ ਇਜ਼ ਅ ਨਾਰਮਲ ਫੀਚਰ ਆਫ ਕੈਪੀਟਲਿਸਟ ਇਕੋਨਮੀ। ਤੁਹਾਨੂੰ ਕੁਐਸਚਨਸ ਵੀ ਲੌਂਗ ਆ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਫੁੱਲ ਇੰਪਲਾਇਮੈਂਟ ਕੀ ਹੁੰਦਾ। ਫੁੱਲ ਇੰਪਲਾਇਮੈਂਟ ਕਹਿੰਦੇ ਰੈਫਰਸ ਕਰਦੀ ਆ ਉਹ ਸਿਚੁਏਸ਼ਨਸ ਨੂੰ ਵਿਚ ਨੋ ਵਨ ਇਜ਼ ਅਨਇੰਪਲੋਇਡ, ਜਿਹਦੇ ਵਿੱਚ ਕੋਈ ਵੀ ਅਨਇੰਪਲੋਇਡ ਨਹੀਂ ਹੁੰਦਾ। ਜਿਹੜੀ ਡਿਮਾਂਡ ਫॉर ਲੇਬਰ ਹੈ ਉਹ ਸਪਲਾਈ ਆਫ ਲੇਬਰ ਦੇ ਕੀ ਹੁੰਦੀ ਆ ਇਕੁਅਲ ਹੁੰਦੀ ਆ। ਕਹਿੰਦੇ ਮੈਕਰੋ ਇਕਨੋਮਿਕਸ ਦੇ ਵਿੱਚ ਫੁੱਲ ਇੰਪਲੋਇਮੈਂਟ ਰੈਫਰਸ ਟੂ ਅ ਸਿਚੁਏਸ਼ਨਸ ਇਨ ਵਿਚ ਐਟ ਐਨੀ ਗਿਵਨ ਲੈਵਲ ਆਫ ਰੀਅਲ ਵੇਜ ਰੇਟ डिमांड फॉर लेबर इज इक्वल टू सप्लाई ऑफ लेबर्स। मीनस जिन्ने भी जेडे अपने लेबर क्लास है वर्क करना चाहते हैं उन्हें सब नूं वर्क मिल जाता है तो वो एडजस्टिंग वेज रेट पे काम करने के लिए तैयार भी हो जाते हैं। तो दिस इज अ फुल इंप्लायमेंट। लेकिन कहते इत्थे फुल इंप्लायमेंट दे विच भी नैचुरल रेट ऑफ अनइंप्लायमेंट पाया जाता है। ਆਪਾਂ ਕਹਿ ਸਕਦੇ ਕਿ ਫੁੱਲ ਇੰਪਲਾਇਮੈਂਟ ਦੇ ਵਿੱਚ ਵੀ ਥੋੜੇ ਸਮੇਂ ਦੇ ਲਈ ਜਿਹੜੀ ਹੈ ਬਾਈ ਨੇਚਰ ਦੇ ਥਰੂ ਅਨਇੰਪਲਾਇਮੈਂਟ ਪਾਈ ਜਾਂਦੀ ਹੈ। ਤਾਂ ਉਹ ਅਨਇੰਪਲਾਇਮੈਂਟ ਕਿਹੜੀ ਹੁੰਦੀ ਆ? ਟਾਈਪਸ ਆਫ ਅਨਇੰਪਲਾਇਮੈਂਟ ਐਸੋਸੀਏਟਡ ਵਿਦ ਫੁੱਲ ਇੰਪਲਾਇਮੈਂਟ। ਵੈਸੇ ਤਾਂ ਦੇਖਣ ਨੂੰ ਆਪਾਂ ਫੁੱਲ ਇੰਪਲਾਇਮੈਂਟ ਕਹਿ ਸਕਦੇ ਹਾਂ, ਲੇਕਿਨ ਕਦੇ ਨਾ ਕਦੇ ਥੋੜੇ ਟਾਈਮ ਪੀਰੀਅਡ ਲਈ ਮੰਥਲੀ ਜਾਂ 5 ਜਾਂ 10 ਈਅਰ ਜਾਂ 15 ਈਅਰਸ ਤੇ ਜਿਹੜੀ ਆਪਣੀ ਲੇਬਰ ਆ ਉਹ ਕੀ ਰਹਿੰਦੀ ਆ? ਅਨਇੰਪਲਾਇਮੈਂਟ ਰਹਿੰਦੀ ਆ। ਕਹਿੰਦੇ ਤਾਂ ਇਹ ਕਿਸ ਤਰ੍ਹਾਂ ਦੀ ਅਨਇੰਪਲਾਇਮੈਂਟ ਹੁੰਦੀ ਆ? ਲਾਈਕ ਫॉर एग्जांपल ਫ੍ਰਿਕਸ਼ਨਲ ਅਨਇੰਪਲਾਇਮੈਂਟ। ਫ੍ਰਿਕਸ਼ਨਲ ਅਨਇੰਪਲਾਇਮੈਂਟ ਕਹਿੰਦੇ ਉਹ ਅਨਇੰਪਲਾਇਮੈਂਟ ਹੈ ਜਿਹੜੀ ਐਸੋਸੀਏਟਡ ਹੁੰਦੀ ਹੈ ਵਿਦ ਦ ਚੇਂਜਿੰਗ ਇਨ ਦ ਜੌਬਸ ਇਨ ਡਾਇਨਾਮਿਕ ਇਕੋਨਮੀ। ਜਦੋਂ ਕਿਸੇ ਵੀ ਪਰਸਨ ਨੇ ਆਪਣੀ ਜੌਬ ਚੇਂਜ ਕਰਨੀ ਹੁੰਦੀ ਆ, ਪੁਰਾਣੀ ਜੌਬ ਨੂੰ ਛੱਡ ਕੇ ਜਦੋਂ ਉਹ ਨਿਊ ਜੌਬ ਲੱਭਣ ਦੇ ਲਈ ਜਾਂਦਾ ਤਾਂ ਫਿਰ ਉਹਦੇ ਵਿੱਚ ਜੋ ਟਾਈਮ ਵੇਸਟ ਹੁੰਦਾ ਉਹਦਾ 5 to 10 ਈਅਰਸ ਜੋ ਨਿਊ ਜੌਬ ਸਰਚ ਕਰਨ ਦੇ ਵਿੱਚ ਟਾਈਮ ਵੇਸਟ ਹੁੰਦਾ, that is a frictional unemployment। ਕਹਿੰਦੇ ਇਹਦੇ ਕਈ ਰੀਜ਼ਨਸ ਹੋ ਸਕਦੇ ਨੇ, ਜਿਵੇਂ ਕਿ ਇਮੋਬਿਲਿਟੀ ਆਫ ਲੇਬਰ ਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਮੂਵ ਹੋਣਾ, ਰॉ ਮਟੀਰੀਅਲ ਦੀ ਸ਼ਾਰਟੇਜ ਹੋਣਾ, ਲੈਕ ਆਫ ਇਨਫੋਰਮੇਸ਼ਨ ਹੋਣਾ, ਠੀਕ ਹੈ, ਤੇ ਓਪਰਚੁਨਿਟੀ ਆਫ ਇੰਪਲਾਇਮੈਂਟ ਘੱਟ ਹੋਣਾ ਜਾਂ ਸਟੋਰੇਜ ਆਫ ਪਾਵਰ ਹੋਣਾ, ਪਾਵਰ ਦਾ ਘੱਟ ਹੋਣਾ, ਬ੍ਰੇਕਡਾਊਨ ਆਫ ਮਸ਼ੀਨਰੀ ਦਾ ਟੁੱਟ ਜਾਣਾ, ਜਾਂ ਫਿਰ ਪੀਪਲਸ ਦਾ ਉਹਨਾਂ ਦੇ ਦੁਆਰਾ ਉਹਨਾਂ ਦੀਆਂ ਜੌਬਸ ਨੂੰ ਚੇਂਜ ਕਰਨਾ। ਤਾਂ ਇਹ ਸਾਰੇ ਰੀਜ਼ਨਸ ਵੀ ਜਿਨ੍ਹਾਂ ਦੇ ਥਰੂ ਜਿਹੜੀ ਫ੍ਰਿਕਸ਼ਨਲ ਅਨਇੰਪਲਾਇਮੈਂਟ ਹੈ ਪਾਈ ਜਾਂਦੀ। The next is a structural unemployment। structural unemployment ਕਹਿੰਦੇ ਉਹ ਅਨਇੰਪਲਾਇਮੈਂਟ ਆ ਜਿਹੜੇ ਲੌਂਗ ਟਰਮਸ ਦੇ ਵਿੱਚ ਕਹਿੰਦੇ ਪਾਈ ਜਾਂਦੀ ਹੈ ਥੋੜੀ ਜਿਹੀ। ਤਾਂ ਇਹਦੇ ਵਿੱਚ ਕੀ ਹੁੰਦਾ, ਜਦੋਂ ਕਿਸੇ ਵੀ ਇੰਡਸਟਰੀਜ਼ ਨੇ ਆਪਣੀ ਬਿਜ਼ਨਸ ਦੀ ਫਰਮਸ ਦੀ ਸਟਰਕਚਰ ਚੇਂਜ ਕਰਨੀ ਹੁੰਦੀ ਹੈ, ਜਿਵੇਂ ਕਿ ਫॉर एग्जांपल ਸਮਾਲ ਸਕੇਲ ਤੋਂ ਲਾਰਜ ਸਕੇਲ ਤੇ ਬਿਜ਼ਨਸ ਕਰਨਾ ਹੈ, ਜਾਂ ਫਿਰ ਉਹਨਾਂ ਨੇ ਨਿਊ ਟੈਕਨੀਕਸ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਆਉਣਾ ਹੈ, ਤਾਂ ਉਹ ਆਪਣੀ ਜਿਹੜੀ ਲੇਬਰ ਕਲਾਸ ਹੈ ਉਹਨੂੰ ਟ੍ਰੇਨ ਕਰਨ ਦੇ ਲਈ ਬਾਹਰ ਭੇਜਦੇ ਨੇ, ਠੀਕ ਹੈ। ਤਾਂ ਫਿਰ ਇਹ ਟ੍ਰੇਡ ਤੇ ਜੋ ਵੀ ਦਿਨ ਕਹਿੰਦੇ ਇਹਨਾਂ ਨੂੰ ਆਪਣੀ ਸੈਲਰੀ ਵਗੈਰਾ ਨਹੀਂ ਦਿੱਤੀ ਜਾਂਦੀ, ਉਹ ਜੋ ਹੈ ਦਿਸ ਇਜ਼ ਅ ਸਟਰਕਚਰਲ ਅਨਇੰਪਲਾਇਮੈਂਟ। ਤੇ ਉਸ ਤੋਂ ਬਾਅਦ ਇਹ ਸੀਜ਼ਨਲ ਅਨਇੰਪਲਾਇਮੈਂਟ। ਸੀਜ਼ਨਲ ਅਨਇੰਪਲਾਇਮੈਂਟ ਜਿਹਦੀ ਸੀਜ਼ਨ ਵਾਈਜ਼ ਜਦੋਂ ਜਿਹੜੀ ਆਪਣੀ ਲੇਬਰ ਕਲਾਸ ਹੈ ਕੀ ਹੁੰਦੀ ਆ? ਅਨਇੰਪਲਾਇਮੈਂਟ ਹੁੰਦੀ ਆ। ਫॉर एग्जांपल ਸਮਰ ਐਂਡ ਵਿੰਟਰ। ਵਿੰਟਰਸ ਦੇ ਵਿੱਚ ਜਿਵੇਂ ਕਿ ਆਪਾਂ ਦੇਖ ਲੈਂਦੇ ਹਾਂ ਕਿ ਜਿਹੜੀਆਂ ਆਪਣੀਆਂ ਆਈਸਕ੍ਰੀਮ ਫੈਕਟਰੀਜ਼ ਨੇ ਜਾਂ ਕੋਲਡ ਡਰਿੰਕਸ ਵਾਲੀਆਂ ਫੈਕਟਰੀਜ਼ ਨੇ ਉਹ ਥੋੜ੍ਹੀ ਜਿਹੀਆਂ ਘੱਟ ਚੱਲਦੀਆਂ ਨੇ, ਐਂਡ ਸਮਰ ਦੇ ਵਿੱਚ ਜੋ ਹੈ ਵੂਲਨ ਕਲੋਥ ਵਾਲੀਆਂ ਫੈਕਟਰੀਜ਼ ਨੇ ਉਹ ਥੋੜ੍ਹੀ ਜਿਹੀਆਂ ਬੰਦ ਰਹਿੰਦੀਆਂ ਨੇ। ਜਾਂ ਫਿਰ ਆਪਾਂ ਐਗਰੀਕਲਚਰ ਸੈਕਟਰ ਦੇ ਵਿੱਚ ਦੇਖਦੇ ਹਾਂ ਤਾਂ ਹਾਰਵੈਸਟਿੰਗ ਜਾਂ ਸੋਇੰਗ ਟਾਈਮ, ਫਸਲ ਨੂੰ ਬੀਜਣ ਜਾਂ ਕੱਟਣ ਦੇ ਟਾਈਮ ਹੀ ਜਿਹੜੀ ਲੇਬਰ ਨੂੰ ਕੀ ਮਿਲਦੀ ਆ? ਲੇਬਰ ਨੂੰ ਵਰਕ ਮਿਲਦਾ ਹੈ। ਤਾਂ ਦਿਸ ਇਜ਼ ਅ ਸੀਜ਼ਨਲ ਅਨਇੰਪਲਾਇਮੈਂਟ। ਨੈਕਸਟ ਇਜ਼ ਅ ਟੈਕਨੀਕਲ ਅਨਇੰਪਲਾਇਮੈਂਟ। ਕਹਿੰਦੇ ਟੈਕਨੀਕਲ ਜਿਹੜੀ ਅਨਇੰਪਲਾਇਮੈਂਟ ਹੈ ਇਹ ਆਉਂਦੀ ਹੈ ਜਿਹਦੇ ਵਿੱਚ ਜਦੋਂ ਆਪਾਂ ਨੇ ਟੈਕਨੀਕਸ ਆਫ ਪ੍ਰੋਡਕਸ਼ਨ ਚੇਂਜ ਕਰਨੀਆਂ ਹੁੰਦੀਆਂ ਨੇ। ਤਾਂ ਨਿਊ ਟੈਕਨੀਕਸ ਦੇ ਕਾਰਨ ਜੋ ਆਪਣੇ ਲੇਬਰ ਕਲਾਸ ਹੈ ਉਹਨੂੰ ਰਿਪਲੇਸ ਕੀਤਾ ਜਾਂਦਾ ਹੈ, ਜਾਂ ਫਿਰ ਨਿਊ ਜਿਹੜੀ ਟੈਕਨੋਲੋਜੀ ਹੈ ਉਹਦੇ ਨਾਲ ਰਿਲੇਟਡ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਿਹਦੇ ਕਰਕੇ ਉਹ ਥੋੜਾ ਟਾਈਮ ਕੀ ਰਹਿੰਦੇ ਨੇ? ਅਨਇੰਪਲੋਇਡ ਰਹਿੰਦੇ ਨੇ। ਤਾਂ ਦਿਸ ਇਜ਼ ਅ ਟੈਕਨੀਕਲ ਅਨਇੰਪਲੋਇਮੈਂਟ। ਜਾਂ ਕੋਈ ਟੈਕਨੀਕਲ ਪ੍ਰੋਬਲਮ ਆ ਜਾਂਦੀ ਹੈ ਜਿਹਦੇ ਕਰਕੇ ਕੀ ਆ? ਟੈਕਨੀਕਲ ਅਨਇੰਪਲੋਇਮੈਂਟ ਅਰਾਈਜ਼ ਹੁੰਦੀ ਹੈ। ਤੇ ਉਸ ਤੋਂ ਬਾਅਦ ਹੈ ਵੋਲੰਟਰੀ ਐਂਡ ਇਨਵੋਲੰਟਰੀ ਅਨਇੰਪਲੋਇਮੈਂਟ। ਵੋਲੰਟਰੀ ਦਾ ਮਤਲਬ ਇੱਛੁਕ ਅਨਇੰਪਲੋਇਮੈਂਟ ਕਹਿੰਦੇ, ਤੇ ਇਨਵੋਲੰਟਰੀ ਅਇੱਛੁਕ ਅਨਇੰਪਲੋਇਮੈਂਟ। ਵੋਲੰਟਰੀ ਅਨਇੰਪਲੋਇਮੈਂਟ ਕਹਿੰਦੇ ਉਹ ਸਿਚੁਏਸ਼ਨ ਆ ਜਿਹਦੇ ਵਿੱਚ ਜਿਹੜੇ ਇੰਪਲੋਇਡ ਹੁੰਦੇ ਨੇ ਉਹ ਉਹਨਾਂ ਨੂੰ ਕੰਮ ਤਾਂ ਮਿਲਦਾ ਹੈ ਲੇਕਿਨ ਉਹ ਅਨਵਿਲਿੰਗ ਹੁੰਦੇ ਨੇ, ਉਹ ਕੰਮ ਕਰਨਾ ਨਹੀਂ ਚਾਹੁੰਦੇ ਕਿਉਂਕਿ ਜਿਹੜੀ ਉਹਨਾਂ ਨੂੰ ਵੇਜ ਰੇਟ ਮਿਲਦੀ ਆ ਉਹ ਉਹਨਾਂ ਦੇ ਮੈਂਟਲ ਜੋ ਹੈ ਸਿਚੁਏਸ਼ਨ ਉਸ ਤੋਂ ਘੱਟ ਮਿਲਦੀ ਆ। ਉਹ ਉਸ ਐਡਜਸਟਿੰਗ ਵੇਜ ਰੇਟ ਤੇ ਵਰਕ ਕਰਨ ਦੇ ਲਈ ਤਿਆਰ ਨਹੀਂ ਹੁੰਦੇ, ਉਹ ਹੋਰ ਵੇਜ ਰੇਟ ਮੰਗਦੇ ਨੇ। ਫॉर एग्जांपल ਇੱਕ ਡਾਕਟਰ ਹੈ, ਡਾਕਟਰ ਨੂੰ ਮੰਥਲੀ ਸੈਲਰੀ 20,000 ਮਿਲਦੀ ਆ ਲੇਕਿਨ ਉਹ 20,000 ਤੇ ਕੰਮ ਕਰਨ ਦੇ ਲਈ ਤਿਆਰ ਨਹੀਂ ਹੈ, ਤਦ ਉਹ ਕੰਮ ਨਹੀਂ ਕਰਦਾ ਹੈ। ਦਿਸ ਇਜ਼ ਅ
ਵੋਲੰਟਰੀ ਅਨਇੰਪਲੋਇਮੈਂਟ ਵੀ ਆਪਾਂ ਆਪਣੀ ਇੱਛਾ ਅਨੁਸਾਰ ਕੰਮ ਨਹੀਂ ਕਰਦੇ। ਤੇ ਇਨਵੋਲੰਟਰੀ ਅਨਇੰਪਲੋਇਮੈਂਟ ਕਿ ਮੈਂ ਜੋ ਵੀ ਵੇਜ ਰੇਟ ਚੱਲ ਰਹੀ ਹੈ, ਜੋ ਵੀ ਮੈਨੂੰ ਸੈਲਰੀ ਮਿਲ ਰਹੀ ਹੈ ਉਸ ਤੇ ਕੰਮ ਕਰਨ ਦੇ ਲਈ ਤਿਆਰ ਹਾਂ, ਲੇਕਿਨ ਮੈਨੂੰ ਕੰਮ ਨਹੀਂ ਮਿਲਦਾ। ਦਿਸ ਇਜ਼ ਅ ਇਨਵੋਲੰਟਰੀ ਅਨਇੰਪਲੋਇਮੈਂਟ। ਐਕਚੁਅਲ ਦੇ ਵਿੱਚ ਜੋ ਅਨਇੰਪਲੋਇਮੈਂਟ ਲਈ ਜਾਂਦੀ ਹੈ ਉਹ ਵੋਲੰਟਰੀ ਅਨਇੰਪਲੋਇਮੈਂਟ ਹੀ ਉਸ ਦੇ ਵਿੱਚ ਲਈ ਜਾਂਦੀ ਹੈ। ਤੇ ਇਹ ਤਾਂ ਸੀਗਾ ਆਪਣਾ ਅਨਇੰਪਲੋਇਮੈਂਟਸ, ਜਦੋਂ ਆਪਣੀ ਜਿਹੜੀ ਫੁੱਲ ਇੰਪਲੋਇਮੈਂਟ ਦੇ ਵਿੱਚ ਵੀ ਅਨਇੰਪਲੋਇਮੈਂਟ ਪਾਈ ਜਾਂਦੀ ਹੈ ਕਲਾਸੀਕਲ ਥਿਊਰੀਜ਼ ਦੇ ਅੰਡਰ। ਦੈਨ ਅਸੈਂਸ਼ੀਅਲ ਬੇਸਿਸ ਆਫ ਕਲਾਸੀਕਲ ਥਿਊਰੀ, ਮੇਨ ਬੇਸਿਸ ਕੀ ਨੇ ਕਲਾਸੀਕਲ ਥਿਊਰੀ ਤੇ? ਕਲਾਸੀਕਲ ਥਿਊਰੀਜ਼ ਕਹਿੰਦੇ ਕਿਹੜੇ ਜਿਹੜੇ ਆਪਣੀਆਂ ਅਜ਼ੰਪਸ਼ਨਸ ਨੇ ਉਸ ਤੇ ਬੇਸਡ ਆ। ਟੂ ਬੇਸਿਕ ਜਿਹੜੇ ਅਸੈਂਸ਼ੀਅਲਸ ਨੇ, ਤੱਤ ਨੇ ਜਿਹੜੇ ਆਪਣੀ ਕਲਾਸੀਕਲ ਥਿਊਰੀ ਦੇ। ਫਰਸਟ ਇਜ਼ the equilibrium output and employment is automatically determined by the free play of market forces of demand and supply। ਕਹਿੰਦੇ automatically ਜਿਹੜੀਆਂ free market forces ਨੇ ਉਹਨਾਂ ਦੇ ਵਿੱਚ demand and supply equal ਹੋ ਜਾਏਗੀ। second is equilibrium level of output always corresponding to the situation of full employment। ਕਹਿੰਦੇ ਹਮੇਸ਼ਾ ਹੀ equilibrium level of output ਕਿੱਥੇ ਹੋਏਗੀ? ਜਿੱਥੇ ਆਪਣੀ ਇਕਨੋਮੀ ਦੇ ਵਿੱਚ full employment ਪਾਈ ਜਾਂਦੀ ਹੈ। ठीक है। then a two basic assumptions ने, the first is free play of market forces and equilibrium level of output and employment। कहते free play of market forces अपने आप मार्केट ਦੇ ਵਿੱਚ ਕੀ ਹੋ ਜਾਣਾ? ਚੇਂਜ ਆ ਜਾਣਾ। ਲੇਬਰ ਦੀ ਡਿਮਾਂਡ ਤੇ ਸਪਲਾਈ ਦੇ ਵਿੱਚ, ਆਊਟਪੁੱਟ ਦੇ ਵਿੱਚ, ਵੇਜ ਰੇਟ ਦੇ ਵਿੱਚ, ਪ੍ਰਾਈਸ ਦੇ ਵਿੱਚ, ਰੇਟ ਆਫ ਇੰਟਰਸਟ ਦੇ ਵਿੱਚ। ਤੇ ਫਰਸਟਲੀ ਕਹਿੰਦੇ ਕੀ ਹੋਏਗਾ? ਫ੍ਰੀ ਆਫ ਪਲੇ ਆਫ ਮਾਰਕੀਟ ਫੋਰਸਿਸ ਇਜ਼ ਦ ਬੇਸਿਕ ਅਸੰਪਸ਼ਨ ਆਫ ਕਲਾਸੀਕਲ ਇਕੋਨੋਮਿਸਟ। ਕਹਿੰਦੇ ਇਹਦੇ ਵਿੱਚ ਕੀ ਹੁੰਦਾ? ਨੋ ਇੰਟਰਫੇਰੈਂਸ ਆਫ ਸਟੇਟ ਐਂਡ ਗਵਰਨਮੈਂਟ ਦੀ ਕੋਈ ਵੀ ਆਪਣੀ ਇਕੋਨੋਮੀ ਦੇ ਵਿੱਚ ਇੰਟਰਫੇਰੈਂਸ ਨਹੀਂ ਹੈਗੀ। ਸਿਚੁਏਸ਼ਨ ਆਫ ਓਵਰ ਪ੍ਰੋਡਕਸ਼ਨ, ਅਗਰ ਆਪਣੀ ਇਕੋਨੋਮੀ ਦੇ ਵਿੱਚ ਓਵਰ ਪ੍ਰੋਡਕਸ਼ਨ ਦੀ ਸਿਚੁਏਸ਼ਨ ਹੈ, ਮੰਨ ਲਓ ਕਿ ਆਪਣੀ ਇਕੋਨੋਮੀ ਦੇ ਵਿੱਚ ਸਪਲਾਈ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ ਹੈ ਲੇਕਿਨ ਡਿਮਾਂਡ ਉਨੀ ਨਹੀਂ ਹੈਗੀ, ਤਾਂ ਫਿਰ ਫ੍ਰੀ ਮਾਰਕੀਟ ਫੋਰਸਿਸ ਦੇ ਵਿੱਚ ਕੀ ਹੋਏਗਾ? ਅਕੋਰਡਿੰਗ ਟੂ JB ਸੇ ਜਿਹੜਾ ਆਪਣਾ ਸਪਲਾਈ ਕ੍ਰੀਏਟਸ ਓਨ ਡਿਮਾਂਡ, ਇਟਸ ਓਨ ਡਿਮਾਂਡ ਹੈ। ਇਹ ਜਿਹੜਾ ਲਾਅ ਹੈ ਇੱਥੇ ਅਪਲਾਈ ਹੋ ਰਿਹਾ ਹੈ ਕਿ ਜਿਹੜੀ ਸਪਲਾਈ ਹੈ, ਓਵਰ ਪ੍ਰੋਡਕਸ਼ਨ ਹੈ, ਉਹ ਆਪਣੇ ਆਪ ਆਪਣੀ ਡਿਮਾਂਡ ਨੂੰ ਕੀ ਕਰੇਗੀ? ਅਰਾਈਜ਼ ਕਰੇਗੀ। ਫॉर एग्जांपल ਕਿ ਜਦੋਂ ਆਪਾਂ ਪ੍ਰੋਡਕਸ਼ਨ ਕਰਦੇ ਹਾਂ, ਸਪਲਾਈ ਕਰਦੇ ਹਾਂ, ਤਾਂ ਫੈਕਟਰ ਆਫ ਪ੍ਰੋਡਕਸ਼ਨ ਆਪਾਂ ਯੂਜ਼ ਕਰਦੇ ਹਾਂ, ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰ। ਆਪਾਂ ਉਹਨਾਂ ਦੇ ਬਦਲੇ ਉਹਨਾਂ ਨੂੰ ਕੀ ਦਿੰਦੇ ਆ? ਪੇਮੈਂਟਸ ਦਿੰਦੇ ਆ, ਫੈਕਟਰ ਕਾਸਟ ਦਿੰਦੇ ਆ। ਤਾਂ ਉਹ ਫੈਕਟਰ ਕਾਸਟ ਉਹਨਾਂ ਦੀ ਕੀ ਹੋਏਗੀ? ਇਨਕਮ ਹੋਏਗੀ। ਤਾਂ ਉਹ ਪਰਸਨਸ ਉਹੀ ਇਨਕਮ ਨੂੰ ਕਿਸ ਚੀਜ਼ ਦੇ ਲਈ ਯੂਜ਼ ਕਰਨਗੇ? ਗੁਡਸ ਦੀ ਡਿਮਾਂਡ ਦੇ ਲਈ ਯੂਜ਼ ਕਰਨਗੇ। ਤਾਂ ਹਮੇਸ਼ਾ ਹੀ ਜਿੰਨੀ ਸਪਲਾਈ ਹੋਏਗੀ, ਡਿਮਾਂਡ ਉਸਦੇ ਨਾਲ ਉਨੀ ਹੀ ਕੀ ਹੋ ਜਾਏਗੀ? ਅਰਾਈਜ਼ ਹੋ ਜਾਏਗੀ। ਤਾਂ ਕਹਿੰਦੇ ਕਲਾਸੀਕਲ ਥਿਊਰੀ ਦੇ ਵਿੱਚ ਕਿਹੜਾ ਲਾਅ ਅਪਲਾਈ ਹੁੰਦਾ ਹੈ? ਸਪਲਾਈ ਕ੍ਰੀਏਟਸ ਇਟਸ ਓਨ ਡਿਮਾਂਡ, ਕਿ ਸਪਲਾਈ ਦੇ ਡਿਮਾਂਡ ਹਮੇਸ਼ਾ ਇਕੁਅਲ ਹੀ ਰਹੇਗੀ। ਅਗਰ ਸਪਲਾਈ ਜ਼ਿਆਦਾ ਹੈ ਤਾਂ ਆਟੋਮੈਟਿਕਲੀ ਕੀ ਹੋ ਜਾਏਗੀ? ਜਿਹੜੀ ਡਿਮਾਂਡ ਹੈ ਉਹ ਇਨਕਰੀਜ਼ ਹੋ ਜਾਏਗੀ, ਕਿਉਂਕਿ ਜਿਹੜੀ ਫੈਕਟਰ ਆਫ ਕਾਸਟ ਹੈ ਉਹ ਦੂਸਰੇ ਪਰਸਨਸ ਦੀ ਕੀ ਹੁੰਦੀ ਹੈ? ਇਨਕਮ ਹੁੰਦੀ ਆ। ਉਹ ਆਪਣੀ ਸਾਰੀ ਇਨਕਮ ਨੂੰ ਕੀ ਕਰਨਗੇ? ਖਰਚ ਕਰਨਗੇ, ਸਾਰੀ ਇਨਕਮ ਨੂੰ ਕੰਜ਼ਿਊਮ ਕਰਨਗੇ, ਜਿਹਦੇ ਥਰੂ ਜਿਹੜੀ ਆਪਣੀ ਸਪਲਾਈ ਤੇ ਡਿਮਾਂਡ ਕੀ ਰਹੇਗੀ? ਇਕੁਅਲ ਰਹੇਗੀ, ਆਪਣੀ ਇਕੋਨਮੀ ਦੇ ਵਿੱਚ ਇਕੁਇਲਿਬ੍ਰੀਅਮ ਸਿਚੁਏਸ਼ਨ ਰਹੇਗੀ। ਵਟ ਕਹਿੰਦੇ ਇੱਥੇ ਕੁਐਸਚਨ ਅਰਾਈਜ਼ ਹੁੰਦਾ ਹੈ, ਵਾਈ ਸ਼ੁੱਡ ਵੀ ਅਸਿਊਮ ਦੈਟ ਆਲ ਇਨਕਮ ਇਜ਼ ਕਨਵਰਟਡ ਇਨਟੂ ਐਕਸਪੈਂਡੀਚਰ। ਕਿ ਅਸੀਂ ਕਿੱਦਾਂ ਮਾਰਕੀਟ ਦੇ ਵਿੱਚ ਜੋ ਆਪਣੀ ਸਾਰੀ ਇਨਕਮ ਹੈ ਉਹਨੂੰ ਐਕਸਪੈਂਡੀਚਰ ਕਰ ਸਕਦੇ ਹਾਂ? ਵੀ ਅਸੀਂ ਆਪਣੀ ਇਨਕਮ ਦੇ ਵਿੱਚੋਂ ਕੁਝ ਸੇਵ ਕਿਉਂ ਨਹੀਂ ਕਰਾਂਗੇ? ਠੀਕ ਹੈ, ਕਿਉਂਕਿ ਆਪਾਂ ਆਪਣੀ ਇਨਕਮ ਦੇ ਵਿੱਚੋਂ ਕੁਝ ਨਾ ਕੁਝ ਪਾਰਟ ਕੀ ਕਰਦੇ ਹਾਂ? ਸੇਵ ਕਰਦੇ ਹਾਂ। ਵਾਈ ਕਹਿੰਦੇ ਸ਼ੁੱਡ ਦਾ ਟੋਟਲ ਐਕਸਪੈਂਡੀਚਰ ਇਜ਼ ਇਕੁਅਲ ਟੂ ਟੋਟਲ ਇਨਕਮ, ਕਿ ਸਾਰੀ ਇਨਕਮ ਨੂੰ ਆਪਾਂ ਐਕਸਪੈਂਡੀਚਰ ਕਿਉਂ ਕਰਾਂਗੇ? ਕਹਿੰਦੇ ਕਲਾਸੀਕਲਸ ਨੇ ਇੱਥੇ ਇਕੋਨੋਮਿਸਟ ਨੇ ਦੱਸਿਆ ਹੈ, ਕਹਿੰਦੇ ਬਿਕੋਜ਼ ਆਫ ਆਲ ਸੇਵਿੰਗ ਇਜ਼ ਨੈਸੈਸਰੀਲੀ ਕਨਵਰਟ ਇਨਟੂ ਇਨਵੈਸਟਮੈਂਟ ਵਿਚ ਇਜ਼ ਐਕਸਪੈਂਡੀਚਰ। ਕਿਉਂਕਿ ਜਿਹੜੀ ਇੱਥੇ ਆਪਾਂ ਕਲਾਸੀਕਲ ਇਕੋਨੋਮਿਸਟ ਕਹਿੰਦੇ ਨੇ ਕਿ ਸਾਰੀ ਆਪਣੀ ਇਨਕਮ ਨੂੰ ਆਪਾਂ ਐਕਸਪੈਂਡ ਕਰਾਂਗੇ, ਐਕਸਪੈਂਡੀਚਰ ਕਰਾਂਗੇ ਉਹਦਾ। ਕਿਉਂਕਿ ਕਹਿੰਦੇ ਜਿਹੜੀ ਆਪਣੀ ਸੇਵਿੰਗ ਵੀ ਹੋਏਗੀ ਆਪਾਂ ਉਹਨੂੰ ਵੀ ਇਨਵੈਸਟਮੈਂਟ ਦੇ ਵਿੱਚ ਲਗਾਵਾਂਗੇ। ਤਾਂ ਕਹਿੰਦੇ ਇਨਵੈਸਟਮੈਂਟ ਦੇ ਵਿੱਚ ਲਗਾਵਾਂਗੇ ਤਾਂ ਕੀ ਹੋਏਗਾ? ਆਪਣਾ ਇਨਵੈਸਟਮੈਂਟ ਐਕਸਪੈਂਡੀਚਰ ਹੀ ਹੋਏਗਾ। ਵੀ ਇਨਵੈਸਟਮੈਂਟ ਤੇ ਵੀ ਆਪਾਂ ਕੀ ਕਰਦੇ ਹਾਂ? ਐਕਸਪੈਂਡੀਚਰ ਕਰਦੇ ਹਾਂ। ਤਾਂ ਸੇਵਿੰਗ ਆਪਣੀ ਇਨਵੈਸਟਮੈਂਟ ਐਕਸਪੈਂਡੀਚਰ ਦੇ ਵਿੱਚ ਕੀ ਹੋ ਜਾਏਗੀ? ਕਨਵਰਟ ਹੋ ਜਾਏਗੀ। ਤਾਂ ਜਿਹਦੇ ਨਾਲ ਆਪਣੀ ਡਿਮਾਂਡ ਹਮੇਸ਼ਾ ਇਕੁਅਲ ਟੂ ਕੀ ਰਹੇਗੀ? ਸਪਲਾਈ ਰਹੇਗੀ। ਤੇ ਕਹਿੰਦੇ ਜਿਹੜੀ ਸੇਵਿੰਗ ਆ ਉਹ ਹਮੇਸ਼ਾ ਹੀ ਇਨਵੈਸਟਮੈਂਟ ਦੇ ਇਕੁਅਲ ਹੋਏਗੀ, ਕਿ ਜਿੰਨੀ ਵੀ ਆਪਣੀ ਕੋਲ ਸੇਵਿੰਗ ਹੈ, ਕਲਾਸੀਕਲ ਕਹਿੰਦੇ ਨੇ ਉਹ ਸਾਰੀ ਸੇਵਿੰਗ ਨੂੰ ਆਪਾਂ ਕੀ ਕਰ ਦੇਵਾਂਗੇ? ਇਨਵੈਸਟਮੈਂਟ ਤੇ ਖਰਚ ਕਰ ਦੇਵਾਂਗੇ, ਇਨਵੈਸਟ ਕਰ ਦਾਂਗੇ। ਹੁਣ ਦੇਖੋ ਸੇਵਿੰਗ ਇਜ਼ ਅ ਫੰਕਸ਼ਨ ਆਫ ਰੇਟ ਆਫ ਇੰਟਰਸਟ, ਕਿ ਸੇਵਿੰਗ ਹੈ ਜਿਹੜਾ ਉਹ ਰੇਟ ਆਫ ਇੰਟਰਸਟ ਦਾ ਫੰਕਸ਼ਨ ਹੈ। ਕਿਉਂਕਿ ਸੇਵਿੰਗ ਤੇ ਰੇਟ ਆਫ ਇੰਟਰਸਟ ਦਾ ਕੀ ਰਿਲੇਸ਼ਨ ਹੁੰਦਾ? ਪੋਜ਼ਿਟਿਵ ਰਿਲੇਸ਼ਨ ਹੁੰਦਾ। ਅਗਰ ਰੇਟ ਆਫ ਇੰਟਰਸਟ ਇਨਕਰੀਜ਼ ਹੋਏਗਾ
ਬੈਂਕਸ ਦੇ ਥਰੂ ਤਾਂ ਆਪਾਂ ਸੇਵਿੰਗ ਕੀ ਆ ਜ਼ਿਆਦਾ ਕਰਾਂਗੇ, ਅਗਰ ਰੇਟ ਆਫ ਇੰਟਰਸਟ ਘੱਟ ਹੋਏਗਾ ਤਾਂ ਸੇਵਿੰਗ ਘੱਟ ਕਰਾਂਗੇ। ਤੇ ਜਿਹੜੀ ਇਨਵੈਸਟਮੈਂਟ ਆ ਇਟ ਇਜ਼ ਆਲਸੋ ਅ ਫੰਕਸ਼ਨ ਆਫ ਰੇਟ ਆਫ ਇੰਟਰਸਟ, ਲੇਕਿਨ ਇਹਨਾਂ ਦੇ ਵਿੱਚ ਕੀ ਹੁੰਦਾ, ਨੈਗੇਟਿਵ ਰਿਲੇਸ਼ਨ ਹੁੰਦਾ ਹੈ। ਅਗਰ ਰੇਟ ਆਫ ਇੰਟਰਸਟ ਇਨਕਰੀਜ਼ ਹੁੰਦਾ ਹੈ ਤਾਂ ਇਨਵੈਸਟਮੈਂਟ ਡਿਕਰੀਜ਼ ਹੁੰਦੀ ਆ, ਅਗਰ ਰੇਟ ਆਫ ਇੰਟਰਸਟ ਡਿਕਰੀਜ਼ ਹੁੰਦਾ ਹੈ ਤਾਂ ਇਨਵੈਸਟਮੈਂਟ ਇਨਕਰੀਜ਼ ਹੁੰਦੀ ਆ। ਅਗਰ ਕਹਿੰਦੇ ਸੇਵਿੰਗ ਗ੍ਰੇਟਰ ਦੈਨ ਇਨਵੈਸਟਮੈਂਟ ਹੋਏਗੀ, क्लासिकल इकोनॉमिस्ट कहते हैं कि अगर सेविंग ग्रेटर दैन इन्वेस्टमेंट होएगी, मतलब ਇਹਦਾ मतलब ਕੀ ਹੋਏਗਾ, सप्लाई ग्रेटर दैन डिमांड होएगी ਤਾਂ अपने आप की हो जाएगा, रेट ऑफ इंटरस्ट घट जाएगा जिसके नाल सेविंग लैस हो जाएगी ਤੇ इन्वेस्टमेंट इंक्रीज हो जाएगी। S इज इक्वल टू की हो जाएगी, I हो जाएगी। ਆਪਾਂ सेविंग ਨੂੰ ਕੀ ਕਰਾਂਗੇ, इन्वेस्ट ਕਰਾਂਗੇ, इक्वल हो जाएगी। अगर कहते इन्वेस्टमेंट ग्रेटर दैन सेविंग है, सेविंग घट है इन्वेस्टमेंट ज़्यादा है, ਤਾਂ ਫਿਰ ਕੀ ਹੋਏਗਾ, ਰੇਟ ਆਫ ਇੰਟਰਸਟ ਵੱਧ ਜਾਏਗਾ ਜਿਹਦੇ ਨਾਲ ਇਨਵੈਸਟਮੈਂਟ ਘਟ ਜਾਏਗੀ, ਸੇਵਿੰਗ ਦੇ ਇਕੁਅਲ ਹੋ ਜਾਏਗੀ। ਇਸੇ ਤਰ੍ਹਾਂ ਕਹਿੰਦੇ ਰੇਟ ਆਫ ਇੰਟਰਸਟ ਦੇ ਵਿੱਚ ਇਨਕਰੀਜ਼ ਡਿਕਰੀਜ਼ ਹੋਣ ਦੇ ਨਾਲ ਜਿਹੜੀ ਸੇਵਿੰਗ ਹੈ ਉਹ ਹਮੇਸ਼ਾ ਹੀ ਇਨਵੈਸਟਮੈਂਟ ਦੇ ਇਕੁਅਲ ਹੋਏਗੀ। ਆਪਾਂ ਜੋ ਵੀ ਸੇਵਿੰਗ ਕਰਾਂਗੇ ਉਹਨੂੰ ਇਨਵੈਸਟਮੈਂਟ ਕਰ ਦਾਂਗੇ, ਤਾਂ ਕਹਿੰਦੇ ਹਮੇਸ਼ਾ ਹੀ ਡਿਮਾਂਡ ਤੇ ਸਪਲਾਈ ਕੀ ਰਹਿਣਗੇ, ਇਕੁਅਲ ਹੋਣਗੇ। ਨੈਕਸਟ ਇਜ਼ ਕਹਿੰਦੇ ਤਾਂ ਕਲਾਸੀਕਲ ਥਿਊਰੀ ਦੇ ਵਿੱਚ ਕਹਿੰਦੇ ਸਿਰਫ ਦੋ ਲਾ ਅਪਲਾਈ ਹੋ ਰਹੇ ਨੇ, ਸਪਲਾਈ ਕ੍ਰੀਏਟਸ ਇਟਸ ਓਨ ਡਿਮਾਂਡ, ਜਿੰਨੀ ਸਪਲਾਈ ਹੋਏਗੀ ਉਨੀ ਹੀ ਡਿਮਾਂਡ ਰਾਈਜ਼ ਹੋ ਜਾਏਗੀ। ਸੈਕੰਡ, ਸੇਵਿੰਗ ਹਮੇਸ਼ਾ ਹੀ ਇਨਵੈਸਟਮੈਂਟ ਦੇ ਇਕੁਅਲ ਰਹੇਗੀ। ਐਂਡ ਸੈਕੰਡ ਜਿਹੜੀ ਅਜ਼ੰਪਸ਼ਨ ਹੈ, ਫ੍ਰੀ ਪਲੇ ਆਫ ਮਾਰਕੀਟ ਫੋਰਸਿਸ ਐਂਡ ਦ ਸਿਚੁਏਸ਼ਨ ਆਫ ਫੁੱਲ ਇੰਪਲਾਇਮੈਂਟ। ਕਹਿੰਦੇ ਕੀ ਆ, ਹਮੇਸ਼ਾ ਹੀ ਇਹ ਥਿਊਰੀ ਦੇ ਵਿੱਚ ਆਊਟਪੁੱਟ ਐਂਡ ਇੰਪਲਾਇਮੈਂਟ ਦੇ ਬਾਰੇ ਗੱਲ ਕੀਤੀ ਗਈ ਆ ਕਿ ਇਕੁਇਲਿਬ੍ਰੀਅਮ ਲੈਵਲ ਆਫ ਆਲਵੇਜ਼ ਆਊਟਪੁੱਟ ਹੈ ਜਿਹੜੀ ਉਹ ਆਲਵੇਜ਼ ਹੀ ਕਿਹੜੀ ਸਿਚੁਏਸ਼ਨ ਤੇ ਹੋਏਗੀ, ਫੁੱਲ ਇੰਪਲਾਇਮੈਂਟ ਦੀ ਸਿਚੁਏਸ਼ਨ ਤੇ ਹੋਏਗੀ। ਤੇ ਫੁੱਲ ਇੰਪਲਾਇਮੈਂਟ ਕਿੱਥੇ ਹੋਏਗੀ, ਜਿੱਥੇ ਲੇਬਰ ਦੀ ਡਿਮਾਂਡ ਤੇ ਸਪਲਾਈ ਕੀ ਆ, ਇਕੁਅਲ ਹੋਏਗੀ। ਕਹਿੰਦੇ ਇਕੁਇਲਿਬ੍ਰੀਅਮ ਆਊਟਪੁੱਟ ਉੱਥੇ ਹੋਏਗੀ ਜਿੱਥੇ ਫੁੱਲ ਇੰਪਲਾਇਮੈਂਟ ਹੋਏਗੀ। ਫੁੱਲ ਇੰਪਲਾਇਮੈਂਟ ਇਜ਼ ਅ ਨਾਰਮਲ ਫੀਚਰ ਆਫ ਕੈਪੀਟਲਿਸਟ ਇਕਨੋਮੀ। ਤੇ ਉਸ ਤੋਂ ਬਾਅਦ ਕਹਿੰਦੇ ਫੁੱਲ ਇੰਪਲਾਇਮੈਂਟ ਕਿੱਥੇ ਹੋਏਗੀ, ਜਿੱਥੇ ਲੇਬਰ ਦੀ ਡਿਮਾਂਡ ਤੇ ਸਪਲਾਈ ਕੀ ਹੋਏਗੀ, ਇਕੁਅਲ ਹੋਏਗੀ। ਤਦ ਕਹਿੰਦੇ ਫਿਰ ਆਪਾਂ ਪੜ੍ਹਦੇ ਹਾਂ ਡਿਟਰਮੀਨੇਸ਼ਨ ਆਫ ਇਕੁਇਲਿਬ੍ਰੀਅਮ ਇਨਕਮ ਐਂਡ ਆਊਟਪੁੱਟ। ਕਿ ਡਿਟਰਮੀਨੇਸ਼ਨ ਕਿੱਥੇ ਹੋਏਗੀ ਇਕੁਇਲਿਬ੍ਰੀਅਮ ਇਨਕਮ ਤੇ ਆਊਟਪੁੱਟ ਦੀ, ਕਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਇਕਨੋਮੀ ਦੇ ਵਿੱਚ ਇਕੁਇਲਿਬ੍ਰੀਅਮ ਆਊਟਪੁੱਟ ਕਿੱਥੇ ਹੋਏਗੀ, ਮੀਨਸ ਮੈਕਸਿਮਮ ਆਊਟਪੁੱਟ ਕਿੱਥੇ ਹੋਏਗੀ ਐਂਡ ਫੁੱਲ ਇੰਪਲਾਇਮੈਂਟ ਕਿੱਥੇ ਹੋਏਗੀ। ਕਹਿੰਦੇ ਕਲਾਸੀਕਲ ਥਿਊਰੀ ਦੇ ਵਿੱਚ ਇਨਕਮ ਐਂਡ ਇੰਪਲਾਇਮੈਂਟ ਦੀ ਥਿਊਰੀ ਨੂੰ ਪੜ੍ਹਨ ਦੇ ਲਈ ਆਪਾਂ ਨੇ ਟੂ ਥਿੰਗਸ ਨੂੰ ਪੜ੍ਹਨਾ ਹੈ। ਫਰਸਟ ਇਜ਼ ਪ੍ਰੋਡਕਸ਼ਨ ਫੰਕਸ਼ਨ। ਪ੍ਰੋਡਕਸ਼ਨ ਫੰਕਸ਼ਨ ਸਾਨੂੰ ਕੀ ਦੱਸੇਗਾ, ਆਊਟਪੁੱਟ ਦੱਸੇਗਾ। ਇਕੁਇਲਿਬ੍ਰੀਅਮ ਆਊਟਪੁੱਟ ਦੱਸੇਗਾ ਕਿ ਆਊਟਪੁੱਟ ਕਿੱਦਾਂ ਹੋਏਗੀ। ਐਂਡ ਸੈਕੰਡ ਇਜ਼ ਇਕੁਇਲਿਬ੍ਰੀਅਮ ਲੈਵਲ ਆਫ ਇੰਪਲਾਇਮੈਂਟ, ਜੋ ਲੇਬਰ ਦੀ ਡਿਮਾਂਡ ਤੇ ਸਪਲਾਈ ਦੇ ਥਰੂ ਆਪਾਂ ਦੱਸਾਂਗੇ। ਤਾਂ ਆਪਾਂ ਨੇ ਟੂ ਥਿੰਗਸ ਇਹਦੇ ਵਿੱਚ ਦੇਖਣੀਆਂ ਨੇ, ਇੱਕ ਤਾਂ ਪ੍ਰੋਡਕਸ਼ਨ ਫੰਕਸ਼ਨ ਦੇਖਣਾ ਹੈ ਆਊਟਪੁੱਟ ਦੇ ਲਈ, ਐਂਡ ਦੂਸਰਾ ਇੰਪਲਾਇਮੈਂਟ ਦੇ ਲਈ ਆਪਾਂ ਨੇ ਲੇਬਰ ਦੀ ਡਿਮਾਂਡ ਤੇ ਸਪਲਾਈ ਦੇਖਣੀ ਹੈ। ਤਾਂ ਟੂ ਜਿਹੜੀਆਂ ਇਹ ਅਪਰੋਚਿਸ ਨੇ ਆਪਾਂ ਨੇ ਇੱਥੇ ਫੋਲੋ ਕਰਨੀਆਂ ਨੇ। ਇਸ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਤਾਂ ਕਲਾਸੀਕਲ ਅਪਰੋਚ ਦੀਆਂ ਜਿਹੜੀਆਂ ਬੇਸਿਕ ਅਜ਼ੰਪਸ਼ਨਸ ਨੇ ਕਿ ਕਲਾਸੀਕਲ ਜਿਹੜੇ ਇਕੋਨੋਮਿਸਟ ਨੇ ਉਹ ਕੀ ਮੰਨ ਕੇ ਚੱਲਦੇ ਨੇ। ਫਸਟ ਇਜ਼ ਅ ਮਾਈਕਰੋ ਇਕਨੋਮਿਕ ਇਸ਼ੂਜ਼। ਕਹਿੰਦੇ ਕਲਾਸੀਕਲ ਅਪਰੋਚ ਦੇ ਵਿੱਚ ਇਹ ਲਿੱਤਾ ਗਿਆ ਹੈ ਕਿ ਇੱਕ ਇਹ ਇੰਪਲਾਇਮੈਂਟ ਤੇ ਜਿਹੜੀ ਆਊਟਪੁੱਟ ਹੈ ਉਹ ਕੀ ਆ, ਮੈਕਰੋ ਇਕਨੋਮਿਕ ਇਸ਼ੂ ਆ, ਕਿਉਂਕਿ ਇੰਪਲਾਇਮੈਂਟ ਦੀ ਗੱਲ ਕੀਤੀ ਗਿਆ, ਲੇਬਰ ਦੀ ਗੱਲ ਕੀਤੀ ਗਿਆ, ਤੇ ਲੇਬਰ ਕੀ ਆ, ਇੰਡੀਵਿਜੂਅਲੀ ਸੋਚਦਾ ਹੈ ਔਰ ਰੈਸ਼ਨਲ ਮੈਨ ਆ। ਰੈਸ਼ਨਲ ਮੈਨ ਮੀਨਸ ਕਹਿੰਦੇ ਐਵਰੀ ਮੈਨ ਇਜ਼ ਰੈਸ਼ਨਲ। ਕਹਿੰਦੇ ਜਿਹੜਾ ਰੈਸ਼ਨਲ ਮੈਨ ਹੈ ਉਹ ਕੀ ਚਾਹੁੰਦਾ ਹੈ, ਡਿਜ਼ਾਇਰ ਮੈਕਸਿਮਮ ਸੈਟਿਸਫੈਕਸ਼ਨ ਚਾਹੁੰਦਾ ਹੈ, ਕਿ ਮੈਕਸਿਮਮ ਮਨੀ ਚਾਹੁੰਦਾ ਹੈ, ਪ੍ਰੋਫਿਟ ਚਾਹੁੰਦਾ ਹੈ। ਸੈਕੰਡ ਇਜ਼ ਅ ਲੈਸਿਸਫੇਅਰ। ਕਹਿੰਦੇ ਜਿਹੜੀ ਆਪਣੀ ਇਕੋਨਮੀ ਹੈ, ਕਲਾਸੀਕਲ ਮੰਨਦੇ ਨੇ ਕਿ ਉਹ ਕੀ ਆ, ਲੈਸਿਸਫੇਅਰ ਇਕੋਨਮੀ ਆ, नो इंटरफेरेंस ऑफ गवर्नमेंट आ, इतने गवर्नमेंट इन्वॉल्व नहीं हैगी। एंड उस तो बाद है इनविजिबल हैंड कि जो फ्री मार्केट फोर्सिस के विच कहते इनविजिबल हैंड आ, वो हैंड आ जिहड़ा सानू दिखदा नहीं हैगा, अपने आप फ्री मार्केट फोर्सिस के थ्रू किया एडजस्टमेंट हो जाएगी बिटवीन द सेविंग एंड इन्वेस्टमेंट, बिटवीन द डिमांड एंड सप्लाई ऑफ लेबर थ्रू द वेज रेट प्राइसिस एंड इंटरस्ट। ਨੈਕਸਟ ਹੈ ਕੰਟੀਨਿਊਸ ਮਾਰਕੀਟ ਕਲੀਅਰਿੰਗ। ਕਹਿੰਦੇ ਕੰਟੀਨਿਊਸਲੀ ਮਾਰਕੀਟ ਦੇ ਵਿੱਚ ਕਲੀਅਰਿੰਗ ਹੁੰਦੀ ਆਏਗੀ, ਮੀਨਸ ਜਿੰਨੀ ਸਪਲਾਈ ਹੈ ਉਹਦੀ ਸਾਰੀ ਦੀ ਡਿਮਾਂਡ ਹੋ ਜਾਏਗੀ। ਕਹਿੰਦੇ ਕਿਉਂਕਿ ਸਪਲਾਈ ਕ੍ਰੀਏਟਸ ਇਟਸ ਓਨ ਡਿਮਾਂਡ, ਜਿਹੜਾ ਲਾਅ ਇੱਥੇ ਅਪਲਾਈ ਹੋ ਰਿਹਾ, ਜਿੰਨੀ ਸਪਲਾਈ ਹੋਏਗੀ ਉਨੀ ਹੀ ਡਿਮਾਂਡ ਹੋਏਗੀ, ਕਿਉਂਕਿ ਜਿਹੜੀ ਆਪਣੀ ਸਾਰੀ ਇਨਕਮ ਹੋਏਗੀ ਆਪਾਂ ਉਹਨੂੰ ਕੀ ਕਰ ਦਾਂਗੇ, ਸਾਰੀ ਨੂੰ ਐਕਸਪੈਂਡ ਕਰ ਦੇਵਾਂਗੇ, ਉਹਦੇ ਥਰੂ ਕੰਜ਼ੰਪਸ਼ਨ ਕਰਾਂਗੇ, ਐਕਸਪੈਂਡੀਚਰ ਕਰਾਂਗੇ। एंड नैक्सट इज़ अ परफेक्ट कॉम्पीटिशन। कहते अपनी इकोनमी के परफेक्ट कॉम्पीटिशन पाया जाता है, मीनस लार्ज नंबर ऑफ फर्म्स ने जिहड़ियां होमोजीनियस जिहड़ा प्रोडक्ट है उन्होंने प्रोड्यूस करदियां ने, ठीक है, प्राइसिस वगैरह की ने सेम ने। एंड नैक्सट इज़ अ सेल्स लॉ ऑफ मार्केट। कहते सेल्स लॉ ऑफ मार्केट अप्लाई हो रहा है, जे बी से दे अकॉर्डिंग सप्लाई क्रिएट्स इट्स ओन डिमांड, कि जितनी डिमांड है जितनी सप्लाई है उन्नी ही डिमांड किया फ्री मार्केट फोर्सेस दे विच जनरेट हो जाएगी।
एंड नैक्सट इज अ क्लोज्ड इकोनॉमी कि जी इकोनॉमी है क्लासिकल्स मानते हैं कि क्लोज्ड इकोनॉमी है कि गवर्नमेंट की इंटरवेंशन नहीं हैगी मनी इज नॉ ओनली अ मीडियम ऑफ एक्सचेंज कहते मनी ਨੂੰ ਸਿਰਫ ਆਪਾਂ ਐਕਸਚੇਂਜ ਦੇ ਲਈ ਵਰਤਦੇ ਹਾਂ ਮਨੀ ਇਜ਼ ਨਾਟ ਅ ਸਟੋਰ ਆਫ ਵੈਲਿਊ ਮਨੀ ਨੂੰ ਆਪਾਂ ਸਟੋਰ ਕਰਕੇ ਨਹੀਂ ਰੱਖਦੇ ਸੇਵ ਕਰਕੇ ਨਹੀਂ ਰੱਖਦੇ एंड फ्लैक्सीबिलिटी ऑफ प्राइसिस जो प्राइसिस ने उन्होंने फ्लैक्सीबिलिटी आ प्राइसिस इंक्रीज डिक्रीज हो सकते हैं जिन्होंने थ्रू जी डिमांड एंड सप्लाई हो की करेगी अफेक्ट करेगी कांस्टेंट टेक्नोलॉजी नैक्सट असम्पशन है क्योंकि इतने असम्पशंस थोड़ी जी घट ने दिस इज अ कांस्टेंट टेक्नोलॉजी जी टेक्नोलॉजी और कांस्टेंट है टेक्नोलॉजी के किसी भी तरह का कोई भी चेंज नहीं आ रहा अगे का रिलेशनशिप बिटवीन द मनी एंड रियल वेजिस कहते मनी तो रियल वेजिस के रिलेशन है अगर मनी वेजिस इंक्रीज होंगे तो अपनी जी रियल वेजिस ने भी की होंगे इंक्रीज होंगे इक्वैलिटी बिटवीन सेविंग एंड इन्वेस्टमेंट कहते सेविंग तो इन्वेस्टमेंट दोनों के की इक्वैलिटी है मार्केट के जिन्नी सेविंग है उन्नी ही वो सारी सेविंग आप की करें इन्वेस्ट कर देवे सेविंग इज नॉट अ स्टोर ऑफ वैल्यू सेविंग आप मनी को स्टोर करके नहीं रखांगे लॉ ऑफ डिमिनिशिंग रिटर्नस कहते लॉ ऑफ डिमिनिशिंग रिटर्नस अप्लाई हो रहा है क्योंकि शॉर्ट रन के आप लेबर की हेल्प के आउटपुट में इनक्रीज कर सकते हैं जिमें जिमें आप लेबर इनक्रीज करते जाते हैं तद अपनी जी लॉ ऑफ डिमिनिशिंग रिटर्नस मीनस अपनी आउटपुट की होंगी है मार्जिनल प्रोडक्टिविटी की होंगी जाती है डिक्रीज होती जाती है इतनी अपना ये लॉ है जो अप्लाई हो रहा है दिस इज अ बेसिक असम्पशनस ऑफ क्लासिकल अप्रोच हुण आप पढ़ते हैं आउटपुट एंड इंप्लॉयमेंट इन क्लासिकल सिस्टम्स कि किद्दां ही कित्थे इक्विलिब्रियम आउटपुट ते कित्थे इक्विलिब्रियम इंप्लॉयमेंट होएगी क्लासिकल सिस्टम विच दो चीज़ां आपां ने पढ़नियां ने फर्स्ट इज प्रोडक्शन फंक्शन एंड सैकेंड इज लेबर डिमांड एंड लेबर सप्लाई तो सब तो पहला पढ़ते हैं प्रोडक्शन फंक्शन जिहदे थ्रू सानू आउटपुट इक्विलिब्रियम के बारे पता लग जाएगा तो प्रोडक्शन फंक्शन देखते हैं क्लासिकल थ्योरी के कहते प्रोडक्शन फंक्शन की गल की तो प्रोडक्शन फंक्शन की हुंदा कहते ਜਿਹੜੇ वॉल्यूम ऑफ आउटपुट आ वो डिपेंड करता वेरियस फैक्टर ऑफ प्रोडक्शन तुहानू पता ही है कि आउटपुट जिन्नी आपने करनी है वो किस चीज़ पर डिपेंड करती है जो फैक्टर ऑफ प्रोडक्शन ने उन्होंने डिपेंड करती है तो 4 फैक्टर ऑफ प्रोडक्शन आप यूज़ करते हैं किहड़े प्रोडक्शन फंक्शन के प्रोडक्शन फंक्शन कहते मीनस किस प्रोडक्शन फंक्शन के किहड़े 4 फैक्टर होंगे ने लैंड लेबर कैपिटल एंड एंटरप्रेन्योर मीनस टैक्नोलॉजी वगैरह भी होंगी कहते ये आप देख सकते हैं कि इनकम इज अ फंक्शन ऑफ मीनस आउटपुट इज अ फंक्शन ऑफ आउटपुट किस चीज़ का फंक्शन है प्रोडक्शन किस चीज़ का फंक्शन है एक अपना है कैपिटल का लेबर का लैंड का एंड टैक्नोलॉजी का कैपिटल लेबर लैंड एंड टैक्नोलॉजी ये 4 फैक्टर्स का जी प्रोडक्शन है वो अपना किया फंक्शन है तो प्रोडक्शन फंक्शन सानू की दसदा है रिलेशनशिप बिटवीन द इनपुट्स एंड आउटपुट्स मीन्स प्रोडक्शन एंड रिलेशनशिप बिटवीन द इनपुट्स मीन्स जो अपना फैक्टर ऑफ प्रोडक्शन हो गए कैपिटल हो गया लेबर होगी लैंड हो गया एंड टैक्नोलॉजी हो गया हुण इत्थे ये अज्यूम किया गया कि शॉर्ट रन के की है बेसिक असम्पशन है कि जो फिक्स फैक्टर्स ने वो की रहिंदे ने फिक्स रहिंदे ने ओनली आपां वेरिएबल्स फैक्टर की हेल्प के नाल जी अपनी प्रोडक्शन उन्हें इंक्रीज कर सकते हैं तो इत्थे कहते प्रोडक्शन फंक्शन किस चीज़ से प्रोडक्शन किस चीज़ से डिपेंड होगी ओनली लेबर पर डिपेंड होगी तो जो अदर 3 फैक्टर्स ने जो लैंड टैक्नोलॉजी एंड कैपिटल वो की रहने फिक्स रहने तद आप लेबर को इंक्रीज करके शॉर्ट रन के अपनी जी प्रोडक्शन उन्होंने की कर सकते हैं इंक्रीज कर सकते हैं तब कहते इक्विलिब्रियम आउटपुट आप कितों तक करांगे लेबर को इंक्रीज कितने तक करांगे आपने ये देखना है कि कितने जी है इक्विलिब्रियम अपनी आउटपुट होएगी कहते ये कहते फिक्स फैक्टर्स को आप इंक्रीज करके वॉल्यूम ऑफ आउटपुट को बढ़ा सकते हैं इनपुट्स के आप सिर्फ कहते लेबर को यूज़ करांगे तब कहते लेबर को आप कितों तक यूज़ करांगे जिन्नी आप फर्स्टली लेबर बढ़ावांगे उन्नी ही साडी आउटपुट की होएगी इंक्रीज होएगी कहते फर्स्टली इंक्रीजिंग रिटर्नस होंगे लेबर जिन्नी बढ़ावांगे आउटपुट उस तो ज़्यादा होएगी फिर उस तो बाद कॉन्स्टेंट रिटर्न होंगे जिन्नी लेबर बढ़ावांगे आउटपुट होएगी तो उस तो बाद डिक्रीजिंग रिटर्नस होंगे डिक्रीजिंग रिटर्न से इंक्रीजिंग कॉस्ट होएगा मतलब एक पॉइंट तो बाद जो आप लेबर इंक्रीज करन लग जाते हैं तो लेबर की जी मार्जिनल प्रोडक्टिविटी है वो की होने लग जाती है घट होने लग जाती है ठीक है जिमें जिमें आप लेबर का ज़्यादा यूज़ करते हैं क्योंकि फिक्स फैक्टर्स की जी ओवर यूटिलाइजेशन है वो स्टार्ट हो जाती है ठीक है तो फिर कहते आप उत्थे की कर दें आप कदों तक अपनी जी लेबर है उसको बढ़ावांगे जितों तक अपनी टीपी मैक्सीमम नहीं हो जाती टोटल प्रोडक्शन मैक्सीमम नहीं हो जाती जिथे लेबर बढ़ाने नाल अपनी टीपी डिक्रीज होना स्टार्ट हो जाती है उत्थे डिक्रीजिंग रिटर्नस स्टार्ट हो जाते हैं तो इंक्रीजिंग कॉस्ट बढ़न लग जाती है उत्थे आप लेबर की डिमांड की बंद कर देवांगे तो उत्थों तक ही आप अपनी जी इक्विलिब्रियम आउटपुट है की करांगे तो फिर इत्थे की आ कहते इक्विलिब्रियम आउटपुट कितने तक होएगी तुसीं देख सकते हो
दिस इज अ डायग्राम जिथे तक टोटल प्रोडक्ट ते मार्जिनल प्रोडक्टिविटी ऑफ लेबर दी दिखाई हुई है कि कितों तक आप लेबर को इंक्रीज करके अपनी जी आउटपुट है उन्होंने कर सकते हैं। ठीक है, किस कदों तक करेगी इकोनॉमी के आउटपुट। तो इस टू डायग्राम्स ने, एक टोटल प्रोडक्शन दिखाई हुई है, एक आपको मार्जिनल प्रोडक्शन दिखाई हुई है। ठीक है, मार्जिनल प्रोडक्शन मीनस मार्जिनल प्रोडक्टिविटी ऑफ लेबर। तो जी फर्स्ट ऊपर वाली डायग्राम है वो टोटल प्रोडक्शन शो कर रही है, नीचे वाली डायग्राम मार्जिनल प्रोडक्टिविटी ऑफ लेबर शो कर रही है। तब शॉर्ट रन तुहानू पता है कि सिर्फ आप वेरीएबल फैक्टर्स मीनस लेबर ਨੂੰ इंक्रीज करके अपनी जी आउटपुट है उन्होंने इंक्रीज कर सकते हैं। ਤਾਂ ਤੁਸੀਂ ਫਸਟ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਉੱਪਰ ਵਾਲੀ ਡਾਇਗਰਾਮ ਦੇ ਵਿੱਚ ਉਹ ਵਾਈ ਐਕਸਿਸ ਤੇ ਲੇਬਰ ਲਿੱਤੀ ਹੋਈ ਹੈ ਐਂਡ ਉਹ ਐਕਸ ਐਕਸਿਸ ਤੇ ਲੇਬਰ ਲਿੱਤੀ ਹੋਈ ਹੈ ਐਂਡ ਉਹ ਵਾਈ ਤੇ ਆਊਟਪੁੱਟ ਲਿੱਤੀ ਹੋਈ ਹੈ। ਤੇ ਜਦੋਂ ਕਹਿੰਦੇ ਆਪਣੀ ਲੇਬਰ ਜ਼ੀਰੋ ਸੀਗੀ, ਆਊਟਪੁੱਟ ਜ਼ੀਰੋ ਸੀ, ਉਸ ਤੋਂ ਬਾਅਦ ओरिजिन ਤੋਂ ਜਿਹੜੀ ਹੈ ਟੀਪੀ ਸਟਾਰਟ ਹੋ ਰਹੀ ਹੈ। ਟੀਪੀ ਇਜ਼ ਦਾ ਟੋਟਲ ਪ੍ਰੋਡਕਸ਼ਨ ਜੋ टोटल प्रोडक्शन हो रही है इकोनॉमी ਦੇ ਵਿੱਚ। ਕਹਿੰਦੇ ਜਦੋਂ L2 ਲੇਬਰ ਯੂਜ਼ ਕਰਦੇ ਸੀ ਤਾਂ ਜਿਹੜੀ ਪ੍ਰੋਡਕਸ਼ਨ ਹੈ ਟੋਟਲ ਪ੍ਰੋਡਕਸ਼ਨ ਉਹ A ਪੁਆਇੰਟ ਤੇ ਹੋ ਰਹੀ ਸੀ। ਜਦੋਂ ਕਹਿੰਦੇ ਲੇਬਰ ਨੂੰ ਇਨਕਰੀਜ਼ ਕਰਕੇ L2 ਲੇਬਰ ਇਨਕਰੀਜ਼ ਕੀਤੀ L, ਠੀਕ ਹੈ, L1 ਤੋਂ L2 ਲੇਬਰ ਇਨਕਰੀਜ਼ ਕੀਤੀ ਤਾਂ ਟੋਟਲ ਪ੍ਰੋਡਕਸ਼ਨ ਇਨਕਰੀਜ਼ ਹੋ ਕੇ ਕਿੱਥੇ ਚੱਲੇਗੀ B ਪੁਆਇੰਟ ਤੇ ਹੋਗੀ। ਤੇ B ਪੁਆਇੰਟ ਤੋਂ ਬਾਅਦ ਜਦੋਂ ਆਪਾਂ ਲੇਬਰ ਯੂਜ਼ ਕਰਾਂਗੇ ਲਾਈਕ ਫॉर एग्जांपल L2 ਤੋਂ ਬਾਅਦ L3 ਲੇਬਰ ਲੈ ਕੇ ਆਵਾਂਗੇ, ਕੋਈ ਵੀ ਪੁਆਇੰਟ ਤੁਸੀਂ ਨੀਚੇ ਡਰਾ ਕਰ ਸਕਦੇ ਹੋ, ਤਦ ਕਿ ਆਪਣੀ ਉੱਥੇ ਟੀਪੀ ਕੀ ਹੋ ਰਹੀ ਹੈ, ਡਿਕਲਾइन ਹੋ ਰਹੀ ਹੈ, ਟੋਟਲ ਪ੍ਰੋਡਕਸ਼ਨ ਆਪਣੀ ਘਟਣੀ ਸਟਾर्ट ਹੋ ਰਹੀ ਹੈ। ठीक है, तद कहते आप सिर्फ जो प्रोडक्शन करनी है इक्विलिब्रियम आउटपुट करनी है तद आप L2 लेबर ਨੂੰ यूज करके B पॉइंट तक ही करेंगे क्योंकि ਇੱਥੇ ਕੀ ਆ मैक्सिमम प्रोडक्शन है, मैक्सिमम टोटल प्रोडक्शन है ਤੇ B पॉइंट ਤੋਂ ਬਾਅਦ टोटल प्रोडक्शन डिक्रीज हो रही है। तो ए पॉइंट जिथे L1 लेबर यूज कर रहे हो क्यों नहीं करेंगे क्योंकि इतने अंडर यूटिलाइजेशन ऑफ रिसोर्सिस हो रही है, फिक्स फैक्टर्स ਨੂੰ ਆਪਾਂ प्रॉपर यूज नहीं कर रहे। ਤਾਂ ਆਪਾਂ L1 ਤੋਂ L2 तक लेबर ਵਧਾ ਸਕਦੇ ਹਾਂ, ਉੱਥੇ ਲੇਬਰ ਵਧਾ ਕੇ ਸਿਰਫ 20 ਤੱਕ ਪੁਆਇੰਟ ਤੱਕ ਜਿਹੜੀ ਆਪਣੀ ਕੀ ਆ ਮੈਕਸਿਮਮ ਪ੍ਰੋਡਕਸ਼ਨ ਕਰ ਸਕਦੇ ਹਾਂ ਜਿੱਥੇ ਆਪਣੇ ਇਨਕਰੀਜ਼ਿੰਗ ਰਿਟਰਨਸ ਆ ਰਹੇ ਨੇ। ਤੇ ਉਸ ਤੋਂ ਬਾਅਦ ਦੇਖੋ ਨੀਚੇ ਕਹਿੰਦੇ ਕਿਉਂ L2 ਤੋਂ ਬਾਅਦ ਆਪਾਂ ਲੇਬਰ ਇਨਕਰੀਜ਼ ਨਹੀਂ ਕਰ ਸਕਦੇ क्योंकि ਉੱਥੇ ਜਿਹੜੀ L2 ਪੁਆਇੰਟ ਤੇ ਹੈ ਮਾਰਜਨਲ ਪ੍ਰੋਡਕਟਿਵਿਟੀ ਆਫ ਲੇਬਰ ਕੀ ਹੈ, ਜ਼ੀਰੋ ਹੈ, लेकिन टीपी अपनी की है मैक्सिमम है। आप उत्थों तक अपनी जी है आउटपुट ਨੂੰ ਵਧਾ सकते हैं लेबर ਨੂੰ यूज करके जिथे अपनी टीपी मैक्सिमम है एंड एमपी जीरो है। अगर कहते आप उस पॉइंट तो बाद L2 तो बाद L3 लेबर यूज करांगे तो अपनी मार्जिनल प्रोडक्टिविटी है जी नैगेटिव होनी स्टार्ट हो जाएगी, मीनस कॉस्ट अपनी इंक्रीज हो जाएगी तो अपनी आउटपुट डिक्रीज होएगी। तो सैकेंड डायग्राम ਦੇ ਵਿੱਚ ਤੁਸੀਂ देख सकते हो LP जी है लेबर है वो एक्स एक्सिस ਤੇ लिखी हुई है एंड मार्जिनल प्रोडक्टिविटी ऑफ लेबर ਉਹ y एक्सिस ਤੇ ਲਿਖੀ ਹੋਈ ਆ। ਜਦੋਂ ਆਪਾਂ ਉਹ L1 ਲੇਬਰ ਯੂਜ਼ ਕਰਦੇ ਸੀ ਤਾਂ ਇਹ ਕੀ ਹੈ ਆਪਣੀ ਮਾਰਜਨਲ ਪ੍ਰੋਡਕਟਿਵਿਟੀ ਹੈ, ਮਾਰਜਨਲ ਪ੍ਰੋਡਕਟਿਵਿਟੀ ਕੀ ਹੈ ਮੈਕਸਿਮਮ ਹੈ ਤੇ ਟੀਪੀ ਕੀ ਹੋ ਰਹੀ ਹੈ ਉੱਪਰ ਦੇਖ ਸਕਦੇ ਹੋ ਤੁਸੀਂ ਇੰਕਰੀਜ਼ਿੰਗ ਰੇਟ ਦੇ ਨਾਲ ਇੰਕਰੀਜ਼ ਹੋ ਰਹੀ ਹੈ, ਇੰਕਰੀਜ਼ ਹੋ ਰਹੀ ਹੈ ਇਟਸ ਮੀਨਸ ਆਪਾਂ ਟੀਪੀ ਇੰਕਰੀਜ਼ ਕਰਾਂਗੇ। ठीक है, तो उस तो बाद जी एमपी है मैक्सिमम उत्थे तो उस बाद जो L1 तो L2 लेबर अपने इंक्रीज की तो लेबर इंक्रीज करने जी मार्जिनल प्रोडक्टिविटी है पर प्रोडक्टिविटी ऑफ लेबर है वो की हो रही है अपनी डिक्रीज हो रही है। LT पॉइंट पे जी अपनी मार्जिनल प्रोडक्टिविटी वो जीरो है तो टीपी अपनी की है मैक्सिमम है। अगर L2 पॉइंट तो मैं बाद अपनी लेबर को लवांगा तो मेरी एमपी नैगेटिव हो जाएगी तो टीपी मेरी डिक्रीज हो जाएगी। तद कहते आप उतों तक लेबर इंक्रीज करके आउटपुट इक्विलिब्रियम आउटपुट कर सकते हैं जितों तक अपनी टीपी मैक्सिमम है तो एमपी जीरो है। तद आप L2 पॉइंट तक जी है अपनी इक्विलिब्रियम आउटपुट होएगी जिथे टीपी मैक्सिमम तो एमपी जीरो है। जिमें जिमें आप लेबर का ज़्यादा यूज करते जाएंगे अपनी जी प्रोडक्टिविटी है मार्जिनल प्रोडक्टिविटी अपनी की होती जाएगी डिक्रीज होती जाएगी। तो फर्स्टली इंक्रीज होएगी बाद टीपी डिक्रीज होएगी एंड एमपी भी डिक्रीज होएगी तो नैगेटिव होएगी। तो अपनी इक्विलिब्रियम आउटपुट कितने है L2 लेबर ਨੂੰ यूज करके जिथे एमपी जीरो एंड टीपी मैक्सिमम है B पॉइंट। दिस इज द इक्विलिब्रियम आउटपुट डायग्राम। इस तरह आप इतों तक इक्विलिब्रियम आउटपुट कर सकते हैं। तो उस तो बाद है सैकेंड इज अ इक्विलिब्रियम इंप्लॉयमेंट की इक्विलिब्रियम इंप्लॉयमेंट कितने होएगी कहते इक्विलिब्रियम इंप्लॉयमेंट उत्थे होएगी जिथे लेबर की डिमांड ते लेबर की सप्लाई की होएगी इक्वल होएगी। तो फर्स्टली आप देखते हैं कि लेबर की डिमांड किस चीज़ से डिपेंड करती है तो लेबर की सप्लाई है जी किस चीज़ से डिपेंड करती है। कहते इक्विलिब्रियम लेवल ऑफ इंप्लॉयमेंट इज डिटरमाइंड बाय द इक्वालिटी बिटवीन द डिमांड फॉर लेबर एंड सप्लाई फॉर लेबर्स। कहते फर्स्टली आप देखते हैं कि डिमांड फॉर लेबर किस चीज़ से डिपेंड करती है। कहते परफेक्टली कॉम्पीटिटिव मार्केट के विच कहते प्रॉफिट मैक्सिमाइजेशन एक फर्म का मेन गोल होता।
ਹੁਣ हर एक ਜਿਹੜਾ ਪ੍ਰੋਡਿਊਸਰ ਹਰ ਇੱਕ ਫਾਰਮ ਆਫ ਕੀ ਚਾਹੇਗਾ ਕਿ ਮੇਰੀ ਕਾਸਟ ਘੱਟ ਤੋਂ ਘੱਟ ਆਵੇ, ਮੀਨਸ ਮੈਂ ਪੇਮੈਂਟਸ ਘੱਟ ਤੋਂ ਘੱਟ ਕਰਾਂ, ਇਨਪੁਟ ਘੱਟ ਤੋਂ ਘੱਟ ਯੂਜ਼ ਕਰਾਂ ਤੇ ਮੇਰੀ ਆਊਟਪੁੱਟ ਕੀ ਹੋਵੇ, ਜ਼ਿਆਦਾ ਤੋਂ ਜ਼ਿਆਦਾ ਆਵੇ, ਮੀਨਸ ਮੈਨੂੰ ਪ੍ਰੋਫਿਟ ਜ਼ਿਆਦਾ ਤੋਂ ਜ਼ਿਆਦਾ ਹੋਵੇ। ਤਾਂ ਉਹ ਡਿਮਾਂਡ ਫॉर ਲੇਬਰ ਉਸਦੀ ਕਿਸ ਚੀਜ਼ ਤੇ ਡਿਪੈਂਡ ਕਰਦੀ ਹੁੰਦੀ ਹੈ, ਵੇਜ ਰੇਟ ਤੇ ਡਿਪੈਂਡ ਕਰਦੀ ਹੁੰਦੀ ਹੈ। ਵੇਜ ਰੇਟ ਤੇ ਡਿਪੈਂਡ ਕਰਦੀ ਹੁੰਦੀ ਹੈ ਜਦੋਂ ਤੱਕ ਕਹਿੰਦੇ, ਕਿਉਂਕਿ ਵੇਜ ਰੇਟ ਤੇ ਡਿਮਾਂਡ ਆਫ ਲੇਬਰ ਦਾ ਕੀ ਹੁੰਦਾ, ਨੈਗੇਟਿਵ ਰਿਲੇਸ਼ਨ ਹੁੰਦਾ। ਅਗਰ ਵੇਜ ਰੇਟ ਘੱਟ ਹੋਏਗੀ डिमांड फॉर लेबर ज़्यादा होएगी, अगर वेज रेट ज़्यादा होएगी डिमांड फॉर लेबर घट होएगी। एक तो कहते वेज रेट ते डिपेंड करती होंगी है मनी वेज ते, ठीक है, कि कितनी वेजिस अपन देख रहे हैं दे रहे हैं। एक तो मार्जिनल रेवन्यू प्रोडक्टिविटी ऑफ लेबर कि लेबर की प्रोडक्टिविटी कितनी है, अगर लेबर की प्रोडक्टिविटी ज़्यादा है तब वेज रेट मतलब चाहे जितनी मर्जी हो आप जी लेबर की डिमांड है ज़्यादा करेंगे। अगर वेज जी मार्जिनल प्रोडक्टिविटी ऑफ लेबर घट है तो वेज रेट घट होएगी, ठीक है। तब कहते डबल्यू मनी वेजिस इज इक्वल टू मार्जिनल रेवेन्यू प्रोडक्टिविटी ऑफ लेबर इक्वल टू प्राइस इनटू मार्जिनल प्रोडक्टिविटी मार्जिनल फिजिकल प्रोडक्टिविटी ऑफ लेबर कि कितनी प्रोडक्शन कर रही है लेबर, कहते उस चीज़ पर भी जी लेबर की डिमांड है वो डिपेंड कर रही है। जिमें जिमें मार्जिनल प्रोडक्टिविटी ऑफ लेबर घटती जाएगी उमें उमें लेबर की डिमांड भी की होती जाएगी, घटती जाएगी। तो फर्स्टली आप लेबर की डिमांड इंक्रीज करेंगे, बाद आप लेबर की डिमांड डिक्रीज कर देवांगे क्योंकि उसकी मार्जिनल फिजिकल प्रोडक्टिविटी की होगी, घट होगी। तब कहते डिमांड फॉर लेबर का जोड़ा रिलेशन है वो है वेज रेट एंड मार्जिनल फिजिकल प्रोडक्टिविटी ऑफ लेबर। जिवें कि तुसीं इस डायग्राम दे विच देख सकते हो, ओ एल अक्ष ते की लिखा है लेबर लिखी हुई है एंड ओ वाई अक्ष ते रियल वेज लिखी हुई है, ठीक है। रियल वेज दी हुई है, कहते कि डबल्यू वाई पी कहते जी अपनी रियल वेज है वो की है डबल्यू वाई पी है एंड लेबर की डिमांड कितनी है L1 है। ए पॉइंट पे की है अपनी लेबर की डिमांड हो रही है, ठीक है। तो जेडे MPL है जिसका मार्जिनल फिजिकल प्रोडक्टिविटी ऑफ लेबर ये लेफ्ट टू राइट की है डाउनवर्ड है, ये सानू शो कर रहा है कि जिमें ही वेज रेट डिक्रीज होएगा वेज रेट WYP तो नीचे कट के WYP1 होएगा तो लेबर की डिमांड की है इंक्रीज हो जाएगी। लेकिन लेबर की डिमांड इंक्रीज होने के नाल जी मार्जिनल फिजिकल प्रोडक्टिविटी ऑफ लेबर है वो की होएगी, डिक्रीज होएगी। अगर कहते वेज रेट ज़्यादा होवे ऊपर होवे WYP तो ऊपर है वेज रेट तब की है लेबर की डिमांड पिछे जाएगी, लेबर की डिमांड घट होएगी तो मार्जिनल फिजिकल प्रोडक्टिविटी ऑफ लेबर की होएगी, ज़्यादा होएगी। कहते जिन्ने वेज रेट ज़्यादा होएगी उन्नी लेबर की डिमांड घट होएगी लेकिन मार्जिनल फिजिकल प्रोडक्टिविटी ज़्यादा होएगी। जिन्नी लेबर की जी है वेज रेट घट गई वो डिमांड बढ़ गई तो अपनी वो मार्जिनल फिजिकल प्रोडक्टिविटी भी की होती जाएगी, लो होती जाएगी। तो एक पॉइंट पे आके अगर आप होर लेबर की डिमांड करांगे तो वो नैगेटिव भी हो सकती है। तब ही जी अपनी मार्जिनल फिजिकल प्रोडक्टिविटी ऑफ लेबर की डिमांड है वो कि मार्जिनल फिजिकल प्रोडक्टिविटी ऑफ लेबर है वो की है लैफ्ट टू राइट डाउनवर्ड जो शो कर रहे हैं सानू कि लेबर की डिमांड इंक्रीज होने के नाल जी फिजिकल प्रोडक्टिविटी है तो मार्जिनल रेवन्यू प्रोडक्टिविटी है वो स्टार्ट हो जाती है, घटनी स्टार्ट हो जाती है। डिक्रीजिंग रिटर्नस ने जो हो जाते हैं स्टार्ट हो जाते हैं क्योंकि जो लेबर दियाँ जी वेजिस ने वेज घट होएगा तो लेबर की डिमांड बढ़ेगी तो मार्जिनल फिजिकल प्रोडक्टिविटी की होएगी, घट होएगी। तो ये पॉइंट पे आप मान सकते हैं कि जी अपनी मार्जिनल फिजिकल प्रोडक्टिविटी ऑफ लेबर है तो रियल वेज रेट ने वो की ने इक्वल है। तो ये इज़ अ इक्विलिब्रियम पॉइंट जिथे कहते वेज रेट पे मार्जिनल फिजिकल प्रोडक्टिविटी ऑफ लेबर की है इक्वल है। दिस इज अ डिमांड फॉर लेबर। आप कितों तक लेबर की डिमांड करांगे जितों तक जो उन्होंने आप वेज रेट दे रहे हैं उन्होंने जी वेज रेट की कॉस्ट है वो कि इक्वल हो मार्जिनल फिजिकल प्रोडक्टिविटी ऑफ लेबर या मार्जिनल रेवन्यू प्रोडक्टिविटी ऑफ लेबर कि जो लेबर है एक लेबर है वो कितना प्रोड्यूस कर रहे हैं तो उन्होंने इनकम जो उन्होंने दे रहे हैं जितों तक वो इक्वल है उतों तक आप लेबर की डिमांड करांगे। ओके, नेक्स्ट इज लेबर सप्लाई। कहते सप्लाई ऑफ लेबर रेफर्स टू नंबर ऑफ लेबर who are willing to work at a given real wage rate। कहते सप्लाई ऑफ लेबर किस चीज़ से डिपेंड करती है, वो भी वेज रेट से डिपेंड करती है क्योंकि हर एक जी लेबर है वो जो उन्होंने वेज रेट ज़्यादा हो तो अपनी सप्लाई ज़्यादा करती है। मतलब देयर इज़ अ पॉजिटिव रिलेशनशिप बिटवीन द वेज रेट एंड सप्लाई ऑफ लेबर।
अगर वेज रेट ज़्यादा होएगा सप्लाई ऑफ लेबर ज़्यादा होएगी, अगर वेज रेट घट होएगा सप्लाई ऑफ लेबर की होएगी घट होएगी। क्योंकि देखो एक लेबर दे कोल की है ਜਿਹੜੀ ਆਪਣੀਆਂ टू सिचुएशंस ने कहते वो की कर दिया कॉम्बीनेशन बनाती है अपना वर्क एंड लेयर का ਕਹਿੰਦੇ ਕੀ ਆ ਮਾਰਜਨਲ ਯੂਟਿਲਿਟੀ ਹੈ ਜਿਹੜੀ ਉਹ ਦੇਖਦੀ ਆ ਕਿ ਦੋਨਾਂ ਦੇ ਵਿੱਚੋਂ ਉਸਨੂੰ ਲੇਬਰ ਨੂੰ ਕਿਸ ਤੋਂ ਜ਼ਿਆਦਾ ਮਿਲ ਰਹੀ ਆ ਮਤਲਬ ਲੇਬਰ ਦਾ ਮੇਨ ਏਮ ਕੀ ਹੁੰਦਾ ਮੈਕਸਿਮਮ ਯੂਟਿਲਿਟੀ ਗੇਨ ਕਰਨਾ ਹੁੰਦਾ ਹੈ ਹੁਣ ਲੇਬਰ ਕੋਲ ਟੂ ਆਪਸ਼ਨਸ ਨੇ ਇੱਕ ਵਰਕ ਹੈ ਇੱਕ ਲੇਅਰ ਹੈ ਜਾਂ ਤਾਂ ਉਹ ਆਪਣੇ ਜਿਹੜੇ ਸਾਰੇ ਵਰਕਿੰਗ ਆਵਰਸ ਨੇ ਉਹਨਾਂ ਨੂੰ ਵਰਕ ਦੇ ਵਿੱਚ ਲਗਾ ਸਕਦੀ ਹੈ ਜਾਂ ਲੇਅਰ ਦੇ ਵਿੱਚ ਲਗਾ ਸਕਦੀ ਹੈ ਜਾਂ ਇਹਦੇ ਕੰਬੀਨੇਸ਼ਨਸ ਨੂੰ ਕੀ ਕਰ ਸਕਦੀ ਹੈ ਚੂਜ਼ ਕਰ ਸਕਦੀ ਹੈ अगर तो कहते वेज रेट ज़्यादा होंगे तब वो की करेगी लेबर ट्रेड ऑफ करेगी बिटवीन द वर्क एंड लेयर और लेयर की जगह पे वर्क ਨੂੰ प्रेफरेंस रहेगी अगर कहते वेज रेट घट ने तब वो वर्क की जगह पे लेयर ਨੂੰ पसंद करेगी तब कहते लेबर की सप्लाई डिपेंड करती है कि उसको वेज रेट कितना मिल रहा अगर वेज रेट ज़्यादा तो वर्क ज़्यादा लेयर घट तो ट्रेड ऑफ होएगी बिटवीन द वर्क एंड लेयर आप अपने वर्किंग और लेयर और ਆਰਟਸ ਨੇ ਜਿਹੜੇ ਉਹਨਾਂ ਨੂੰ ਘਟਾਉਂਦੇ ਹੋਏ ਉਹਨਾਂ ਨੂੰ ਕਿਹਦੇ ਵਿੱਚ ਟ੍ਰਾਂਸਫਰ ਕਰਾਂਗੇ ਵਰਕਿੰਗ ਆਰਟਸ ਦੇ ਵਿੱਚ ਕੀ ਕਰਾਂਗੇ ਟ੍ਰਾਂਸਫਰ ਕਰਾਂਗੇ ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਕੀ ਆ ਦੇਖ ਸਕਦੇ ਹੋ जो नीचे वाली डायग्राम है दिस इज अ सप्लाई ऑफ लेबर शो कर रही है ਉਹ ਐਕਸ ਅਕਸ਼ ਤੇ ਆਪਾਂ ਨੇ ਵਰਕ ਆਵਰਸ ਪਰ ਡੇ ਲਿੱਤੇ ਹੋਏ ਨੇ ਕਿ ਪਰ ਡੇ ਦੇ ਵਿੱਚ ਕਿੰਨੇ ਜਿਹੜੇ ਵਰਕ ਘੰਟੇ ਆਪਾਂ ਕੰਮ ਕਰ ਰਹੇ ਹਾਂ ਐਂਡ ਉਹ ਵਾਈ ਤੇ ਰੀਅਲ ਵੇਜ ਦਿੱਤੀ ਹੋਈ ਤਾਂ ਤੁਸੀਂ ਦੇਖ ਸਕਦੇ ਹੋ ਜਦੋਂ ਰੀਅਲ ਵੇਜ ਉਹ जो सी तब जी अपनी लेबर की सप्लाई कितनी सी L2 L1 सी जो वेज रेट बढ़ के W1 हो गया तो लेबर की सप्लाई बढ़ के कितनी होगी L2 होगी जो 4 अपना जो वेज रेट है W3 हो गया तो लेबर की सप्लाई 4 बढ़ के कितनी होगी L3 होगी तो जी अपनी लेबर की सप्लाई कर्व की है वो लैफ्ट टू राइट अपवर्ड है जो शो कर रही है पॉजिटिव रिलेशनशिप बिटवीन द रियल वेज एंड वर्क ऑन कि जिन्नी वेज रेट ज़्यादा मिलती जाएगी आप उन्नी जी लेबर की सप्लाई आ वो की करते जावे ज़्यादा करते तो उपरली जी डायग्राम है वो की शो कर रही है ट्रेड ऑफ बिटवीन द वर्क एंड लेयर कि किस तरह अपनी जी लेबर की सप्लाई है वो ज़्यादा होंगी आप लेयर की जगह पर वर्क करना पसंद करते हैं उपरली डायग्राम में तुम देख सकते हो कि जो OX है उसके लेबर की सप्लाई लीती हुई है वर्क एंड लेयर लिता हुआ है कि आप अपने टोटल वर्किंग ऑन जो 24 और उन्होंने डिस्ट्रीब्यूट कर सकते हैं बिटवीन द वर्क एंड लेयर ਦੇ ਵਿੱਚ ਤੇ ਉਹ y ਐਕਸਿਸ ਤੇ ਆਪਾਂ ਨੇ ਕੀ ਲਿਖਿਆ ਹੋਇਆ ਰੀਅਲ ਇਨਕਮ ਲਿਖੀ ਹੋਈ ਹੈ ਵੇਜ ਰੇਟ ਲਿਖੀ ਹੋਈ ਹੈ ਤਾਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ 24 ਆਵਰਸ ਪਹਿਲਾਂ ਮੈਂ ਕੀ ਕਰਨਾ ਪਸੰਦ ਕਰਦਾ ਸੀ ਵੇਲਾ ਰਹਿਣਾ ਪਸੰਦ ਕਰਦਾ ਸੀ ਜਦੋਂ ਮੈਨੂੰ ਕਹਿੰਦੇ ਵੇਜ ਰੇਟ ਮਿਲੀ ਇੱਥੇ ਇੰਡੀਫਰੈਂਸ ਕਰਵਸ ਦੀ ਹੈਲਪ ਦੇ ਨਾਲ ਆਪਾਂ ਜਿਹੜੀ ਆਪਣੀ ਲੇਅਰ ਤੇ ਵਰਕ ਦੇ ਵਿੱਚ ਟ੍ਰੇਡ ਆਫ ਦੱਸ ਰਹੇ ਹਾਂ ਤਾਂ ਜਿਹੜੀ ਮੇਰੀ ਰੀਅਲ ਵੇਜ ਹੈ ਪਹਿਲਾਂ कितनी है ओ ए जो ओ ए रियल वेज है जो मेरी बजट लाइन है ओ ए है तब कहते इंडिफरेंस कर्व अपनी यू आई यूटिलिटी वन जी इंडिफरेंस कर्व है वो ए पॉइंट ते बजट लाइन को कट कर रही है रियल वेज लाइन को कट कर रही है तो ए पॉइंट की शो कर रहा है कि L2 लेबर की है जी वो सप्लाई हो रही है L2 वर्क हो रहा है मतलब की है इत्थे की है जो अपना 24 आवर्स ਦੇ ਵਿੱਚੋਂ ਜਿਹੜਾ ਆਪਣਾ ਲੇਅਰ ਟਾਈਮ ਹੈ ਉਹ ਕਿੰਨਾ ਹੈ L0 to L2 है एंड वर्किंग टाइम L2 तो लैके जिथे 24 और लिखा हुआ है उत्थे तक है ठीक है अगर कहते वेज रेट इंक्रीज हो जाता है वेज रेट इंक्रीज होके A तो B ते हो जाता है तो न्यू इंडिफरेंस कर्व B पॉइंट ते टेंशन करती है बजट लाइन नु तब कहते की आ ਜਿਹੜੇ ਲੇਅਰ ਆਵਰਸ ਨੇ ਉਹ ਘਟ ਜਾਂਦੇ ਨੇ ਉਹ L ਜਿਹੜਾ 2 A ਪੁਆਇੰਟ ਹੈ ਉਸ ਤੋਂ ਕੱਟ ਕੇ ਕਿੰਨੇ ਹੋ ਜਾਂਦੇ ਨੇ ਜੋ B ਪੁਆਇੰਟ ਤੋਂ L2 ਨੀਚੇ ਆ ਰਿਹਾ ਹੈ ਉਹਨੇ ਹੋ ਜਾਂਦੇ ਨੇ ਤਦ ਕਹਿੰਦੇ A ਤੋਂ B ਤੱਕ ਜਿਹੜਾ ਹੈ ਮੇਰਾ ਨੀਚੇ L2 ਤੋਂ L2 ਤੱਕ ਜੋ ਮੇਰੀ ਹੈ ਲੇਅਰ ਟਾਈਮ ਘਟ ਜਾਂਦਾ ਹੈ ਮੀਨਸ ਵਰਕਿੰਗ ਟਾਈਮ ਵੱਧ ਕੇ ਮੇਰਾ ਹੋ ਜਾਂਦਾ ਹੈ कि आप लैफ्ट साइड में शिफ्ट होने लग जाते हैं अगर मेरी इनकम होर इनक्रीज होती है रियल वेजिस के थ्रू तो जी रियल वेजिस इंक्रीज हो गए B2C हो जाती है तो न्यू इंडिफरेंस कर्व है जी C पॉइंट है टच करती है बजट लाइन में तब कहते L3 जी L3 है मतलब वर्किंग आवर्स मैं L3 तक बढ़ा देना है मतलब जो लेयर टाइम है वो मेरा सिर्फ वो L3 रह जाता है इतने जो पॉइंट्स ने तो चंगी तरह नहीं दिख रहे इन्होंने L1 L2 L3 लिख सकते हो मतलब की आप लैफ्ट टू राइट साइड में शिफ्ट होने जो लेयर टाइम है लैफ्ट साइड वो घटता जाता है तो राइट साइड वाला जो वर्किंग टाइम है वर्किंग आवर्स है वो बढ़ते जाते हैं जिमें जिमें साडा रियल वेज है
ਵੱਧਦੀ ਹੈ। ਆਪਾਂ ਕੀ ਕਰਦੇ ਹਾਂ, ਟ੍ਰੇਡ ਆਫ ਕਰਦੇ ਹਾਂ। ਆਪਾਂ ਲੇਅਰ ਦੀ ਜਗ੍ਹਾ ਤੇ, ਵਿਹਲੇ ਰਹਿਣ ਦੀ ਜਗ੍ਹਾ ਤੇ ਵਰਕ ਕਰਨਾ ਪਸੰਦ ਕਰਦੇ ਹਾਂ। ਆਪਾਂ ਲੇਅਰ ਆਰਟਸ ਨੂੰ ਘਟਾਉਂਦੇ ਹਾਂ ਤੇ ਉਹਦੀ ਜਗ੍ਹਾ ਤੇ ਵਰਕ ਆਰਟਸ ਕੀ ਆ, ਇਨਕਰੀਜ਼ ਕਰਦੇ ਹਾਂ, ਕਿਉਂਕਿ ਹੁਣ ਸਾਨੂੰ ਲੇਅਰਸ ਤੋਂ ਜ਼ਿਆਦਾ ਜਿਹੜੀ ਮਾਰਜਨਲ ਯੂਟਿਲਿਟੀ ਆ ਉਹ ਵਰਕ ਕਰਨ ਤੋਂ ਮਿਲਦੀ ਹੈ, ਕਿਉਂਕਿ ਸਾਡੀ ਰੀਅਲ ਵੇਜਿਸ ਕੀ ਆ, ਰੀਅਲ ਇਨਕਮ ਕੀ ਆ, ਇਨਕਰੀਜ਼ ਹੋ ਰਹੀ ਹੈ, ਜਿਸ ਤੋਂ ਮੈਨੂੰ ਮੋਰ ਯੂਟਿਲਿਟੀ ਮਿਲ ਰਹੀ ਆ ਫਰੋਮ ਲੇਅਰਸ। ਕਹਿੰਦੇ ਇਸ ਤਰ੍ਹਾਂ ਆਪਾਂ ਟ੍ਰੇਡ ਆਫ ਕਰਦੇ ਹਾਂ ਬਿਟਵੀਨ ਦਾ ਲੇਅਰ ਐਂਡ ਵਰਕ। ਇਸ ਤਰ੍ਹਾਂ ਜਿਹੜੀ ਲੇਬਰ ਦੀ ਸਪਲਾਈ ਉਹ ਇਨਕਰੀਜ਼ ਹੁੰਦੀ ਹੈ ਜਦੋਂ ਸਾਡੀ ਰੀਅਲ ਇਨਕਮ ਆ, ਜਿਹੜੀ ਰੀਅਲ ਵੇਜਿਸ ਨੇ, ਇਨਕਰੀਜ਼ ਹੁੰਦੀ ਹੈ। ਤਦ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਲੇਬਰ ਦੀ ਸਪਲਾਈ ਉਹ ਕਿਸ ਚੀਜ਼ ਦਾ ਫੰਕਸ਼ਨ ਹੈ, ਰੀਅਲ ਵੇਜਿਸ ਦਾ ਫੰਕਸ਼ਨ ਹੈ। ਜਿਵੇਂ ਜਿਵੇਂ ਵੇਜਿਸ ਵਧਣਗੀਆਂ ਆਪਣੀ ਲੇਬਰ ਦੀ ਸਪਲਾਈ ਵਧੇਗੀ, ਵੇਜਿਸ ਘਟਣਗੇ, ਲੇਬਰ ਦੀ ਸਪਲਾਈ ਘਟੇਗੀ। ਤਦ ਕਹਿੰਦੇ ਇਕੁਇਲਿਬ੍ਰੀਅਮ ਲੈਵਲ ਆਫ ਇੰਪਲੋਇਮੈਂਟ ਕਿੱਥੇ ਹੋਏਗੀ, ਜਿੱਥੇ ਡਿਮਾਂਡ ਐਂਡ ਲੇਬਰ ਦੀ ਸਪਲਾਈ ਕੀ ਹੋਏਗੀ, ਇਕੁਅਲ ਹੋਏਗੀ। ਜਿੱਥੇ ਲੇਬਰ ਦੀ ਡਿਮਾਂਡ ਤੇ ਸਪਲਾਈ ਇਕੁਅਲ ਹੋਏਗੀ ਉੱਥੇ ਇਕੁਇਲਿਬ੍ਰੀਅਮ ਲੈਵਲ ਆਫ ਇੰਪਲੋਇਮੈਂਟ ਹੋਏਗੀ। ਹੁਣ ਇਸ ਦੇ ਵਿੱਚ ਕਹਿੰਦੇ ਜਿਹੜੀ ਆਪਣੀ ਕਲਾਸੀਕਲ ਥਿਊਰੀ ਆਫ ਇਨਕਮ ਐਂਡ ਇੰਪਲੋਇਮੈਂਟ ਡਿਟਰਮੀਨੇਸ਼ਨ ਦੀ ਹੈ, ਉਹਨਾਂ ਦੋਨਾਂ ਦੀਆਂ ਡਾਇਗਰਾਮਸ ਨੂੰ ਦਿਖਾਇਆ ਗਿਆ ਹੈ। ਇੱਥੇ ਜੋ ਆਪਣੇ ਪ੍ਰੋਡਕਸ਼ਨ ਫੰਕਸ਼ਨ ਦੇ ਥਰੂ ਪੜਿਆ ਸੀਗਾ ਕਿ ਆਪਾਂ ਆਊਟਪੁੱਟ ਕਿੱਥੇ ਤੱਕ ਕਰਾਂਗੇ, ਆਊਟਪੁੱਟ ਕਹਿੰਦੇ ਇਕੁਇਲਿਬ੍ਰੀਅਮ ਆਊਟਪੁੱਟ ਫੁੱਲ ਇੰਪਲੋਇਮੈਂਟ ਤੱਕ ਹੋਏਗੀ, ਜਿੱਥੇ ਫੁੱਲ ਇੰਪਲੋਇਮੈਂਟ ਹੋਏਗੀ ਉੱਥੇ ਇਕੁਇਲਿਬ੍ਰੀਅਮ ਆਊਟਪੁੱਟ ਹੋਏਗੀ। ਤੇ ਇੰਪਲੋਇਮੈਂਟ ਕਿੱਥੇ ਹੋਏਗੀ, ਜਿੱਥੇ ਲੇਬਰ ਦੀ ਡਿਮਾਂਡ ਤੇ ਸਪਲਾਈ ਕੀ ਹੋਏਗੀ, ਇਕੁਅਲ ਹੋਏਗੀ। ਤੁਸੀਂ ਇਹਨਾਂ ਦੋਨਾਂ ਡਾਇਗਰਾਮਸ ਦੇ ਵਿੱਚ ਦੇਖ ਸਕਦੇ ਹੋ, ਜੋ ਉੱਪਰ ਵਾਲੀ ਡਾਇਗਰਾਮ ਹੈ ਉਹ ਕੀ ਸ਼ੋ ਕਰ ਰਹੀ ਹੈ, ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਸ਼ੋ ਕਰ ਰਹੀ ਹੈ, क्योंकि जिथे फुल इंप्लॉयमेंट होएगा उत्थे की होएगी, इक्विलिब्रियम आउटपुट होएगी। जो नीचे वाली है डायग्राम वो की शो कर रही है, इक्विलिब्रियम आउटपुट शो कर रही है, जिथे डिमांड ते सप्लाई की है इक्वल है ते अपनी इकोनॉमी दे विच फुल इंप्लॉयमेंट दी की है सिचुएशन है। तो तुसीं फर्स्ट डायग्राम दे विच देख सकदे हो, ओ एक्स एक्सिस ते लेबर लिती हुई है, इंप्लॉयमेंट लिती हुई है, ओ वाई एक्सिस ते रियल वेजिस लितियां हुई ने, ते जिहड़ी एल एल कर्व है ये लेबर दी डिमांड ते सप्लाई कर्व है। जिहड़ी लेफ्ट टू राइट अपवर्ड कर्व है वो लेबर दी सप्लाई कर्व है, क्योंकि इतने पॉजिटिव रिलेशनशिप है बिटवीन द वेज रेट एंड सप्लाई। एंड जो लेफ्ट टू राइट डाउनवर्ड लेबर कर्व है, दिस इज अ लेबर दी डिमांड कर्व है, जो सानू शो कर रही है नेगेटिव रिलेशनशिप बिटवीन द वेज रेट एंड डिमांड फॉर लेबर। ठीक है, तो दोनों ई पॉइंट ते कट कर रहे हैं। ई पॉइंट इज अ इक्विलिब्रियम पॉइंट, जिथे लेबर दी डिमांड ते लेबर दी सप्लाई की है इक्वल है। इतने की होगी फुल इंप्लॉयमेंट होगी, जिन्ने जी वर्कर की सप्लाई है उन्नी ही वर्कर की है डिमांड है, क्योंकि दोनों इक्वल ने। इज अ इक्विलिब्रियम बिटवीन द डिमांड एंड सप्लाई ऑफ लेबर, दिस इज अ पॉइंट ऑफ फुल इंप्लॉयमेंट। ठीक है, इतने फुल इंप्लॉयमेंट होएगा इकोनॉमी के विच। अगर कहते मतलब फुल इंप्लॉयमेंट नहीं हैगा तो फ्री मार्केट फोर्सिस के अपने आप वेज कट के थ्रू वेज रेट इंक्रीज डिक्रीज होकर अपने आप डिमांड है जी वो बच जाएगी, सप्लाई के इक्वल हो जाएगी। एंड नीचे वाले डायग्राम के देख सकते हो तुसी, ओ एक्स अक्ष से आपको आउटपुट दिखाई हुई है, अपनी लेबर इंप्लॉयमेंट दिखाई हुई है, तो ओ वाई के आउटपुट दिखाई हुई है। तो अपनी इक्विलिब्रियम आउटपुट कितनी है, ओ वाई 0 है, एंड लेबर अपनी फुल इंप्लॉयमेंट कितनी है, ओ एल 0। तो ये इंप्लॉयमेंट दिस इज सिचुएशन ऑफ फुल इंप्लॉयमेंट, जितने अपनी इक्विलिब्रियम आउटपुट हो रही है, क्योंकि आउटपुट इज अ फंक्शन ऑफ 4 फैक्टर ऑफ प्रोडक्शन, लैंड लेबर कैपिटल एंड टैक्नोलॉजी। इतने कहते लेबर सिर्फ वेरीएबल फैक्टर है जिहदे थ्रू आपां की अपनी आउटपुट को इंक्रीज कर सकते हैं, तो अदर फैक्टर्स ने जिहड़े कि ने कॉन्स्टेंट ने, जो कि तुसीं इत्थे देख सकते हो। y इज इक्वल टू फंक्शन ऑफ अदर फैक्टर्स जिन्हां दे उपर बार लगा है, इट्स मीनस कॉन्स्टेंट पॉइंट लेबर ते डिपेंड करती है। ठीक है, तो इतने की है दिस इज अ सिचुएशन ऑफ फुल इंप्लॉयमेंट, जिथे की है अपनी मार्जिनल प्रोडक्टिविटी ऑफ लेबर की है वेजेस के इक्वल है। जो तक अपनी आउटपुट इंक्रीज करांगे, क्योंकि इतने टीपी मैक्सिमम है, मार्जिनल प्रोडक्टिविटी ऑफ लेबर की है 0 है। दिस इज अ सिचुएशन ऑफ फुल इंप्लॉयमेंट। तो यह क्या इक्विलिब्रियम लेवल ऑफ आउटपुट एंड इंप्लॉयमेंट, जिथे इकोनॉमी के फुल इंप्लॉयमेंट होगा उत्थे इक्विलिब्रियम लेवल ऑफ आउटपुट होगी, तो डिमांड की सप्लाई की लेबर की होगी इक्वल होगी। तब आप कह सकते हैं देयर इज अ डिमांड फॉर लेबर इक्वल टू डिमांड फॉर सप्लाई एंड इक्विलिब्रियम आउटपुट एंड इनपुट्स डिमांड। तो ये एक क्वेश्चन आता सैल्फ एडजस्टमेंट मैकेनिज्म ऑफ इन क्लासिकल थ्योरी। कहते आप ये देखते हैं कि क्लासिकल थ्योरी के सैल्फ एडजस्टमेंट मैकेनिज्म पाया जाता है। सैल्फ एडजस्टमेंट मीनस 3 जड़े है पार्ट्स के सैल्फ एडजस्टमेंट होंगी, 3 सिचुएशंस के ऑटोमैटिक एडजस्टमेंट हो जाएगी। फर्स्ट इज द वेज रेट फ्लैक्सीबिलिटी। वेज रेट फ्लैक्सीबिलिटी का मतलब होंगे है कि वेज रेट घटन बदन के नाल ऑटोमैटिकली जी लेबर की डिमांड तो लेबर की सप्लाई आ की आ इक्वल हो जाएगी। जिवें कि तुहानूं पता ही है, अगर डिमांड फॉर लेबर कहते मार्केट के किया ज़्यादा है घट है सप्लाई के नालों, तब की हो जाएगा वेज घट हो जाएगा, वेजिस घट हो जाएगियां, जिहदे नाल की आ जी अपनी सप्लाई है डिक्रीज हो जाएगी एंड डिमांड की है इंक्रीज हो जाएगी। अपने आप लेबर की डिमांड तो लेबर की सप्लाई इक्वल हो जाएगी। दिस इज अ
वेज रेट फ्लैक्सीबिलिटी, वेज रेट अपने आप फ्लैक्सीबल होएगी अकॉर्डिंग टू डिमांड एंड सप्लाई ऑफ लेबर। एंड सैकेंड कहते ऑटोमैटिक एडजस्टमेंट किस दे विच होएगी, फ्लैक्सीबिलिटी ऑफ रेट ऑफ इंटरस्ट, कहते रेट ऑफ इंटरस्ट दे विच फ्लैक्सीबिलिटी होएगी क्योंकि कहते रियल लाइफ के विच कहते पीपल्स की ने अपनी सारी जिहड़ी इनकम है उन्होंने स्पेंड नहीं करते, अपनी इनकम के विचों कुछ ना कुछ की करते हैं सेव करते हैं। लेकिन क्लासिकल्स ने की बोलिया है जिन्हें जो वो सेव करने अपनी इनकम नू ਤਾਂ ਜਿਹੜੀ ਐਗਰੀਗੇਟ ਡਿਮਾਂਡ ਆ ਉਹ ਘਟ ਜਾਏਗੀ, ਐਗਰੀਗੇਟ ਡਿਮਾਂਡ ਸਪਲਾਈ ਦੇ ਨਾਲੋਂ ਘਟ ਹੋਏਗੀ ਤਾਂ ਡਿਸਇਕੁਇਲਿਬ੍ਰੀਅਮ ਇਨ ਡਿਮਾਂਡ ਐਂਡ ਸਪਲਾਈ ਹੋ ਜਾਏਗਾ, ਇਕੁਇਲਿਬ੍ਰੀਅਮ ਆਊਟਪੁੱਟ ਨਹੀਂ ਹੋਏਗੀ। ਕਹਿੰਦੇ ਤਾਂ ਫਿਰ ਕਹਿੰਦੇ ਕੀ ਹੋਏਗਾ, ਡਿਮਾਂਡ ਨੂੰ ਸਪਲਾਈ ਦੇ ਇਕੁਅਲ ਕਰਨ ਦੇ ਲਈ ਕੀ ਹੋਏਗਾ, क्योंकि हम कहते एग्रीगेट डिमांड के विच डिमांड किस चीज़ से डिपेंड करती है, कहते एक्सपेंडिचर से डिपेंड करती है, कंजम्पशन से डिपेंड करती है। हम कंजम्पशन दो तरह से कर सकते हैं, आप ज़्यादा कंजम्पशन गुड्स से कर सकते हैं, इन्वेस्टमेंट गुड्स से कर सकते हैं, ठीक है। दूसरी साइड की है ये सेविंग है, कहते अपनी इक्विलिब्रियम आउटपुट उत्थे होएगी जिथे कहते एग्रीगेट डिमांड इक्वल टू की होएगी एग्रीगेट सप्लाई होएगी। ਹੁਣ ਕਹਿੰਦੇ ਏਡੀ ਨੂੰ ਇਹ ਐਸੇ ਇਕੁਅਲ ਕਰਨ ਦੇ ਲਈ ਕੀ ਕਰਨਾ ਜ਼ਰੂਰੀ ਹੈ, ਜਿੰਨੀ ਸਪਲਾਈ ਹੈ ਉਹਨੂੰ ਉਨੀ ਹੀ ਡਿਮਾਂਡ ਨੂੰ ਇਨਕਰੀਜ਼ ਕਰਨਾ ਜ਼ਰੂਰੀ ਹੈ। ਤਾਂ ਕਲਾਸੀਕਲ ਇਕਨੋਮਿਸਟ ਦਾ ਇਹ ਮੇਨ ਮੋਟਿਵ ਹੈ ਕਿ ਜਿੰਨੀ ਵੀ ਜੇ ਲੋਕ ਇਨਵੈਸਟਮੈਂਟ ਆਪਣੀ ਸੇਵਿੰਗ ਕਰਨਗੇ, ਇਨਕਮ ਦੇ ਵਿੱਚੋਂ ਜੋ ਸੇਵ ਕਰਨਗੇ ਉਹ ਉਹਨੂੰ ਕੀ ਕਰ ਦੇਣਗੇ, ਇਨਵੈਸਟ ਕਰ ਦੇਣਗੇ। क्योंकि सेविंग ते जिहड़ी इन्वेस्टमेंट है इज अ फंक्शन ऑफ रेट ऑफ इंटरस्ट, सेविंग ते रेट ऑफ इंटरस्ट के विच पॉजिटिव रिलेशन है। अगर कहते रेट ऑफ इंटरस्ट ज़्यादा होएगा तो लोग सेव ज़्यादा करेंगे, अगर रेट ऑफ इंटरस्ट घट होएगा सेविंग घट करेंगे। दूसरी तरफ कहते अगर रेट ऑफ इंटरस्ट ज़्यादा होएगा तो लोग जिहड़ियां फर्म्स ने प्रोड्यूसर्स ने पैसा लोन ते घट लैणगे, इन्वेस्टमेंट घट करेंगे। अगर रेट ऑफ इंटरस्ट घट है कदों ज़्यादा लोन ते पैसा लगे इन्वेस्टमेंट करेंगे, तब कहते आप रेट ऑफ इंटरस्ट के ऑटोमैटिकली मार्केट के चेंज हो जाएगा, इनक्रीज डिक्रीज हो जाएगा, जिससे जी सेविंग है वो की हो जाएगी इन्वेस्टमेंट के इक्वल हो जाएगी। हमेशा सेविंग इन्वेस्टमेंट इक्वल होएगी, जिन्नी भी सेविंग होएगी उन्होंने आप की करांगे, इन्वेस्ट करांगे, कहते सेव नहीं करांगे। तब कहते अगर सेविंग ग्रेटर दैन आई है तो रेट ऑफ इंटरस्ट घट जाएगा, जिससे लोग पैसा सेव घट करेंगे, सेविंग की जगह पर की करेंगे, इन्वेस्ट करेंगे, जिससे जिन्नी सप्लाई अपनी उन्नी ही जिन्नी मतलब सप्लाई उन्नी ही डिमांड इंक्रीज हो जाएगी थ्रू द इन्वेस्टमेंट। कहते इस तरह अपनी इकोनॉमी के इक्विलिब्रियम की सिचुएशन आ जाएगी, सेविंग है जी हमेशा ही की रहेगी इन्वेस्टमेंट के इक्वल। नैक्सट इज कहते फ्लैक्सीबिलिटी ऑफ प्राइस लैवल और चेंज इन द प्राइसिस ऑफ इक्विलिब्रियम इन द मनी लैवल, जो तुम एग्रीगेट सप्लाई फंक्शंस देख सकते हो। कहते प्राइसिस के थ्रू चेंज आएगा। हुण देखो प्राइसिस इंक्रीज होने के नाल डिमांड डिक्रीज हो जाती है, प्राइसिस डिक्रीज होने के नाल डिमांड की होती है, इंक्रीज होती है। कहते मनी मार्केट के विच की आ प्राइस लैवल कहते चीज़ां किद्दां चेंज होंदा, फ्लैक्सीबिलिटी ऑफ प्राइस लैवल किहदे थ्रू होएगी, मनी मार्केट के विच होएगी, ठीक है। मनी मार्केट के विच किवें होएगी, अगर कहते मार्केट के विच मनी का इनक्रीज ज़्यादा हो जाता है तो मनी का जी इनक्रीज ज़्यादा होने के नाल डिमांड की होएगी, इंक्रीज होएगी, डिमांड इंक्रीज होने के नाल प्राइसिस की होणगियां, इंक्रीज होणगियां, ठीक है। प्राइसिस इंक्रीज होणगियां तो एग्रीगेट सप्लाई फंक्शन के एग्रीगेट सप्लाई कर्व्स दिखाई हुई है जो कि है कांस्टेंट है। क्योंकि कांस्टेंट क्यों है सप्लाई कर्व, अपनी आउटपुट कांस्टेंट क्यों है, क्योंकि दिस इज अ सिचुएशन ऑफ फुल इंप्लॉयमेंट। इकोनॉमी के फुल इंप्लॉयमेंट है जिथे कहते अपनी आउटपुट आप कितने तक कर सकते हैं, OY1 तक कर सकते हैं, ठीक है। एंड आप आउटपुट कर सकते हैं, दिस इज इक्विलिब्रियम आउटपुट, जिसकी सप्लाई कर्व की अपनी स्टेट है वाई एक्सिस से किया पैरेलल है। कहते लेकिन इतने की हो रहा है, मनी जी है मनी मार्केट के मनी इंक्रीज हो रही है, मनी इंक्रीज होने के प्राइस इंक्रीज हो रहा, जिसके थ्रू जी एग्रीगेट डिमांड है वो की हो रही है, इंक्रीज हो रही है। तो सब तो पहले तुम देख सकते हो जो प्राइस P1 सीगा तो जी अपना इतने कोई पॉइंट नहीं शो किया गया तो एग्रीगेट डिमांड P1 की सी, लेकिन जो प्राइस 2P1 हो गया इंक्रीज हो गया तो रीजन की सीगा मार्केट के मनी का इंक्रीज होगा, मार्केट के मनी के इंक्रीज होने के नाल की डिमांड इंक्रीज होगी, ठीक है। 2P1 पॉइंट जो आप कर्व खिंचीए डिमांड लाइन खिंचीए तो फिर एग्रीगेट डिमांड इंक्रीज होगी, जिससे प्राइसिस भी इंक्रीज हो गए, 2P1 हो जाएगा। अगर कहते अपनी मार्केट के होर जी है मनी की सप्लाई इंक्रीज होंगी है तो मनी की सप्लाई इंक्रीज होने के एग्रीगेट डिमांड और इंक्रीज हो जाएगी, तब फिर कहते प्राइस लैवल 3P1 पे पहुंच जाएगा। अगर डिक्रीज हो रही है मनी की सप्लाई तो डिमांड डिक्रीज हो जाएगी, जिसके नाल प्राइसिस भी की हो जाएगा, डिक्रीज हो जाएगा। कहते जी सप्लाई फंक्शन है एग्रीगेट सप्लाई किस चीज़ पर डिपेंड करती है, प्राइस से डिपेंड करती है। अगर तो प्राइसिस ज़्यादा होएगा तो सप्लाई ज़्यादा होएगी, अगर प्राइसिस घट होएगा तो सप्लाई घट होएगी, लेकिन इतने अपने सप्लाई की ली हुई है कांस्टेंट दी हुई है, क्योंकि दिस इज द सिचुएशन ऑफ फुल इंप्लॉयमेंट, इक्विलिब्रियम इंप्लॉयमेंट है जी इतने की हो रही है शो।
ਤੇ ਇਸ ਤੋਂ ਬਾਅਦ ਹੈ ਕ੍ਰਿਟਿਸਾਈਜ਼ ਕੀਤਾ ਗਿਆ ਹੈ ਡਿਫਰੈਂਟ ਜਿਹੜੇ ਇਕੋਨੋਮਿਸਟ ਨੇ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਹੈ ਆਪਣੀ ਜਿਹੜੀ ਕਲਾਸੀਕਲ ਥਿਊਰੀ ਆ ਜਿਹੜੇ ਕੇਨਜ਼ੀਅਨ ਇਕੋਨੋਮਿਸਟ ਨੇ ਉਹਨਾਂ ਨੇ ਬੋਲਿਆ ਹੈ ਕਿ ਜਿਹੜੀ ਅਕੋਰਡਿੰਗ ਟੂ ਕੇਨਸ ਕਲਾਸੀਕਲ ਥਿਊਰੀ ਮਾਡਲ ਇਜ਼ ਲੌਜੀਕਲੀ ਕਰੈਕਟ ਬਟ ਬੀਇੰਗ ਬੇਸਡ ਔਨ ਅਨਰੀਅਲਿਸਟਿਕ ਅਜ਼ੰਪਸ਼ਨਸ ਜਿਹੜੀਆਂ ਅਜ਼ੰਪਸ਼ਨਸ ਲਿੱਤੀਆਂ ਗਈਆਂ ਨੇ ਇਹ ਇਹਨਾਂ ਦੇ ਵਿੱਚ ਸਹੀ ਨਹੀਂ ਹੈਗਾ ਕਿਉਂਕਿ ਇਹ ਜਿਹੜੀ ਆਪਣੀ ਰੀਅਲ ਲਾਈਫ ਹੈ ਉਹਦੇ ਵਿੱਚ ਅਪਲਾਈ ਨਹੀਂ ਹੋ ਰਹੀ ਫਸਟ ਕਹਿੰਦੇ ਇਹਨਾਂ ਨੇ ਕਿੱਦਾਂ ਕ੍ਰਿਟਿਸਾਈਜ਼ ਕੀਤਾ ਕਹਿੰਦੇ ਅਨਰੀਅਲਿਸਟਿਕ ਪ੍ਰੋਪੋਰਸ਼ਨਸ ਕਹਿੰਦੇ ਜਿਹੜੀ ਇਹ ਸੇਲਸ ਲਾਅ ਆਫ ਮਾਰਕੀਟ ਇਹਨਾਂ ਨੇ ਬੋਲਿਆ ਕਿ ਕਲਾਸੀਕਲ ਥਿਊਰੀ ਦੇ ਵਿੱਚ ਸੇਲਸ ਲਾਅ ਆਫ ਮਾਰਕੀਟ ਅਪਲਾਈ ਹੁੰਦਾ ਹੈ ਕਿ ਸਪਲਾਈ ਕ੍ਰੀਏਟਸ ਇਟਸ ਓਨ ਡਿਮਾਂਡ ਕਿ ਜਿੰਨੀ ਸਪਲਾਈ ਹੈ ਉਨੀ ਹੀ ਡਿਮਾਂਡ ਅਰਾਈਜ਼ ਹੋ ਜਾਏਗੀ ਮਤਲਬ ਜਿੰਨੀ ਕਹਿੰਦੇ ਇਨਕਮ ਹੈ ਆਪਾਂ ਸਾਰੀ ਇਨਕਮ ਦਾ ਕੀ ਕਰ ਦੇਵਾਂਗੇ ਐਕਸਪੈਂਡੀਚਰ ਕਰ ਦੇਵਾਂਗੇ ਬਟ ਕਹਿੰਦੇ ਇਨ ਫੈਕਟ ਐਕਚੁਅਲ ਦੇ ਵਿੱਚ ਕੀ ਹੁੰਦਾ ਹੈ ਕਹਿੰਦੇ ਕਹਿੰਦੇ ਜਿਹੜੀ ਸਿਚੁਏਸ਼ਨ ਹੈ ਅਪਲਾਈ ਨਹੀਂ ਹੁੰਦੀ ਕਹਿੰਦੇ ਡਿਮਾਂਡ ਤੇ ਸਪਲਾਈ ਇਕੁਅਲ ਨਹੀਂ ਹੋ ਸਕਦੇ ਕਿਉਂਕਿ ਕਹਿੰਦੇ ਆਪਣੇ ਕਾਰਲ ਮਾਰਕਸ ਦੇ ਅਕੋਰਡਿੰਗ ਜਿਹੜੀ ਆਪਣੀ ਕੈਪੀਟਲਿਸਟ ਸੋਸਾਇਟੀ ਹੈ ਇਹਦੇ ਵਿੱਚ ਹੈਵਸ ਤੇ ਹੈਵਸ ਨਾਟ ਹੁੰਦਾ ਹੈਵਸ ਦਾ ਮਤਲਬ ਅਮੀਰ ਲੋਕ ਰਿਚ ਪਰਸਨਸ ਐਂਡ ਹੈਵਸ ਨਾਟ ਦਾ ਮਤਲਬ ਪੂਅਰ ਪਰਸਨਸ ਕਹਿੰਦੇ ਜਿਹੜੇ ਅਮੀਰ ਲੋਕ ਨੇ ਉਹ ਕੀ ਕਰਦੇ ਨੇ ਆਪਣੀ ਸਾਰੀ ਇਨਕਮ ਕਰੋੜਾਂ ਦੀ ਇਨਕਮ ਨੂੰ ਖਰਚ ਨਹੀਂ ਕਰਦੇ ਉਹ ਉਹਦੇ ਵਿੱਚੋਂ ਕੁਛ ਨਾ ਕੁਛ ਕੀ ਕਰਦੇ ਨੇ ਸੇਵ ਕਰਦੇ ਨੇ ਇਸ ਤਰ੍ਹਾਂ ਉਹ ਸੇਵ ਕਰਦੇ ਨੇ ਤਾਂ ਆਪਣੀ ਜਦੋਂ ਇਨਕਮ ਨੂੰ ਸਾਰੇ ਨੂੰ ਐਕਸਪੈਂਡੀਚਰ ਨਹੀਂ ਕਰਨਗੇ ਸੇਵ ਕਰਨਗੇ ਤਾਂ ਇਹਦਾ ਮਤਲਬ ਕਿ ਡਿਮਾਂਡ ਸਪਲਾਈ ਦੇ ਇਕੁਅਲ ਨਹੀਂ ਹੋਏਗੀ ਦੂਸਰੀ ਤਰਫ ਕਹਿੰਦੇ ਆਪਣਾ ਜਿਹੜੇ ਪੂਅਰ ਕਲਾਸ ਆ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਲੇਕਿਨ ਉਹਨਾਂ ਦੀ ਡਿਮਾਂਡ ਜ਼ਿਆਦਾ ਹੈ ਲੇਕਿਨ ਉਹ ਆਪਣੀ ਡਿਮਾਂਡ ਨੂੰ ਪੂਰਾ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦੇ ਕੋਲ ਪੈਸਾ ਘੱਟ ਹੈ ਕਹਿੰਦੇ ਇਹ ਸਾਈਕੋਲੋਜੀਕਲ ਲਾਅ ਆਫ ਕੰਜ਼ੰਪਸ਼ਨ ਇੱਥੇ ਅਪਲਾਈ ਹੁੰਦਾ ਹੈ ਫਸਟ ਇਜ਼ ਦਾ ਕਹਿੰਦੇ ਥਿੰਕਿੰਗ ਦਾ ਡਿਸਟ੍ਰੀਬਿਊਸ਼ਨ ਦੇ ਵਿੱਚ ਕਹਿੰਦੇ ਪ੍ਰੋਬਲਮ ਆਉਂਦੀ ਆ ਕਿ ਹੈਵਸ ਤੇ ਹੈਵ ਨਾਟ ਹੁੰਦੇ ਨੇ ਐਂਡ ਸੈਕੰਡ ਇਜ਼ ਸਾਈਕੋਲੋਜੀਕਲ ਲਾਅ ਆਫ ਕੰਜ਼ੰਪਸ਼ਨ ਕਹਿੰਦੇ ਫਸਟਲੀ ਤਾਂ ਆਪਾਂ ਕੀ ਕਰਦੇ ਆ ਆਪਣੀ ਜਿੰਨੀ ਇਨਕਮ ਇਨਕਰੀਜ਼ ਹੁੰਦੀ ਆ ਆਪਾਂ ਜਿਹੜੀ ਕੰਜ਼ੰਪਸ਼ਨ ਹੈ ਇਨਕਰੀਜ਼ ਕਰਾਂਗੇ ਐਕਸਪੈਂਡੀਚਰ ਇਨਕਰੀਜ਼ ਕਰਾਂਗੇ ਲੇਕਿਨ ਇੱਕ ਪੁਆਇੰਟ ਤੇ ਆ ਕੇ ਆਪਾਂ ਆਪਣੀ ਜਿਹੜੀ ਜਿੰਨੀ ਕੰਜ਼ੰਪਸ਼ਨ ਇਨਕਰੀਜ਼ ਹੁੰਦੀ ਆ ਉਸ ਦੇ ਨਾਲੋਂ ਐਕਸਪੈਂਡੀਚਰ ਕੀ ਕਰਦੇ ਨੇ ਡਿਕਰੀਜ਼ ਕਰਦੇ ਨੇ ਆਪਣੇ ਮਨੀ ਨੂੰ ਸੇਵ ਕਰਨਾ ਸਟਾਰਟ ਕਰ ਦਿੰਦੇ ਆ ਸੈਕੰਡ ਇਜ਼ employment cannot be increased by general money wage cut ਇਹਨਾਂ ਨੇ ਬੋਲਿਆ ਹੈ ਕਿ ਵੇਜ ਕਟ ਥਿਊਰੀ ਦੇ ਥਰੂ ਆਪਾਂ ਜਿਹੜੀ ਆਪਣੀ ਲੇਬਰ ਦੀ ਡਿਮਾਂਡ ਹੈ ਇਨਕਰੀਜ਼ ਹੋ ਸਕਦੀ ਹੈ ਕਹਿੰਦੇ ਇੱਕ ਸਾਈਡ ਤਾਂ ਹੋ ਸਕਦੀ ਹੈ ਲੇਕਿਨ ਇਹ ਡਬਲ ਐਜ ਸਬੋਰਡ ਆ ਇੱਕ ਸਾਈਡ ਤਾਂ ਕਹਿੰਦੇ ਇਹਨਾਂ ਦੇ ਨਾਲ ਕੀ ਆ ਮਨੀ ਵੇਚ ਕਰਦੇ ਥਰੂ ਆਪਾਂ ਡਿਮਾਂਡ ਇਨਕਰੀਜ਼ ਕਰ ਸਕਦੇ ਆ ਦੂਸਰੀ ਕਹਿੰਦੇ ਇਹਦੇ ਨਾਲ ਕੀ ਹੋਏਗੀ ਜਿਹੜੀ ਆਪਣੀ ਸਪਲਾਈ ਆ ਉਹ ਵੀ ਕੀ ਹੋਏਗੀ ਡਿਕਰੀਜ਼ ਹੋਏਗੀ ਕਿਉਂਕਿ ਵੇਚ ਕੱਟ ਦੇ ਨਾਲ ਜਿਹੜੇ ਪੀਪਲਸ ਨੇ ਉਹ ਆਪਣੀ ਲੇਬਰ ਦੀ ਸਪਲਾਈ ਉਹ ਜ਼ਿਆਦਾ ਕਰਨੀ ਨਹੀਂ ਚਾਹੁੰਗੇ ਅਨਇੰਪਲੋਇਮੈਂਟ ਜਿਹੜੀ ਉਹ ਇਨਕਰੀਜ਼ ਹੋਏਗੀ ਤੇ ਜਿਹੜੀਆਂ ਟ੍ਰੇਡ ਯੂਨੀਅਨਸ ਨੇ ਉਹ ਕੀ ਕਰਨਗੀਆਂ ਸਟ੍ਰਾਈਕ ਕਰਨਗੀਆਂ ਪੋਸਿਬਿਲਿਟੀ ਆਫ ਅੰਡਰ ਇੰਪਲੋਇਮੈਂਟ ਇਕੁਇਲਿਬਰੀਅਮ ਕਹਿੰਦੇ ਉਹਨਾਂ ਨੇ ਬੋਲਿਆ ਕਿ ਇਕੁਇਲਿਬਰੀਅਮ ਆਊਟਪੁੱਟ ਹਮੇਸ਼ਾ ਹੀ ਕਲਾਸੀਕਲ ਥਿਊਰੀ ਦੇ ਵਿੱਚ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਤੇ ਹੋਏਗੀ ਕਿ ਇਕੋਨਮੀ ਦੇ ਵਿੱਚ ਹਮੇਸ਼ਾ ਹੀ ਫੁੱਲ ਇੰਪਲੋਇਮੈਂਟ ਪਾਈ ਜਾਂਦੀ ਹੈ ਲੇਕਿਨ ਇਕੁਇਲਿਬਰੀਅਮ ਜਿਹੜੀ ਆਊਟਪੁੱਟ ਹੈ ਉਹ ਅੰਡਰ ਇੰਪਲੋਇਮੈਂਟ ਦੇ ਵਿੱਚ ਵੀ ਹੋ ਸਕਦੀ ਹੈ ਨਾਟ ਆਟੋਮੈਟਿਕ ਐਡਜਸਟਮੈਂਟਸ ਕੇਨਸ ਨੇ ਬੋਲਿਆ ਕਿ ਇਹਨਾਂ ਨੇ ਬੋਲਿਆ ਕਿ ਆਟੋਮੈਟਿਕ ਐਡਜਸਟਮੈਂਟਸ ਦੇ ਥਰੂ ਜਿਹੜੀ ਆਪਣੀ ਫ੍ਰੀ ਮਾਰਕੀਟ ਫੋਰਸਿਸ ਦੇ ਵਿੱਚ ਜਿਹੜੀ ਵੇਜ ਫਲੈਕਸੀਬਿਲਿਟੀ ਪ੍ਰਾਈਸ ਫਲੈਕਸੀਬਿਲਿਟੀ ਐਂਡ ਵੇਜ ਰੇਟ ਫਲੈਕਸੀਬਿਲਿਟੀ ਦੇ ਥਰੂ ਐਡਜਸਟਮੈਂਟ ਹੋ ਜਾਏਗੀ ਇਕੁਇਲਿਬਰੀਅਮ ਦੀ ਪੋਜੀਸ਼ਨ ਆ ਜਾਏਗੀ ਲੇਕਿਨ ਇਹ ਪੋਸੀਬਲ ਨਹੀਂ ਹੈਗਾ ਕਹਿੰਦੇ ਗਵਰਨਮੈਂਟ ਤੇ ਸਟੇਟ ਦੀ ਇੰਟਰਵੈਂਸ਼ਨ ਹੈ ਜਿਹੜੀ ਜ਼ਰੂਰੀ ਹੈ ਕਹਿੰਦੇ ਬਹੁਤ ਸਾਰੀ ਜਿਹੜੀ ਐਕਸਟਰਨਲ ਫੋਰਸਿਸ ਨੇ ਉਹ ਆਪਣੇ ਆਪ ਠੀਕ ਨਹੀਂ ਹੋ ਸਕਦੀਆਂ money is not merely a bill ਕਹਿੰਦੇ ਇਹਨਾਂ ਨੇ ਬੋਲਿਆ ਕਿ money is only a medium of exchange ਲੇਕਿਨ ਕਹਿੰਦੇ money ਸਿਰਫ medium of exchange ਨਹੀਂ ਹੈਗਾ money ਨੂੰ ਆਪਾਂ store of money is a store of value money ਨੂੰ ਆਪਾਂ store ਕਰਨ ਦੇ ਲਈ ਵੀ ਕੀ ਕਰਦੇ ਆ ਯੂਜ਼ ਕਰਦੇ ਆ saving and investment are not interest elastic ਇਹਨਾਂ ਨੇ ਬੋਲਿਆ ਕਿ ਜਿਹੜੀ ਸੇਵਿੰਗ ਤੇ ਇਨਵੈਸਟਮੈਂਟ ਹੈ ਉਹ ਫੰਕਸ਼ਨ ਹੈ ਰੇਟ ਆਫ ਇੰਟਰਸਟ ਦਾ ਕਿ ਰੇਟ ਆਫ ਇੰਟਰਸਟ ਦੇ ਵਿੱਚ ਇਨਕਰੀਜ਼ ਡਿਕਰੀਜ਼ ਹੋਣ ਦੇ ਨਾਲ ਨਾਲ ਸੇਵਿੰਗ ਤੇ ਇਨਵੈਸਟਮੈਂਟ ਦੇ ਅਫੈਕਟ ਪਏਗਾ ਲੇਕਿਨ ਐਕਚੁਅਲ ਦੇ ਵਿੱਚ ਜਿਹੜਾ ਸੇਵਿੰਗ ਹੈ ਇਜ਼ ਅ ਫੰਕਸ਼ਨ ਆਫ ਇਨਕਮ ਤੇ ਜਿਹੜਾ ਆਪਣਾ ਇਨਵੈਸਟਮੈਂਟ ਹੈ ਇਜ਼ ਅ ਫੰਕਸ਼ਨ ਆਫ ਪ੍ਰੋਫਿਟ ਕਿ ਜਦੋਂ ਆਪਣੀ ਇਨਕਮ ਇਨਕਰੀਜ਼ ਹੁੰਦੀ ਹੈ ਸੇਵਿੰਗ ਇਨਕਰੀਜ਼ ਹੋਏਗੀ ਇਨਕਮ ਡਿਕਰੀਜ਼ ਹੁੰਦੀ ਹੈ ਸੇਵਿੰਗ ਡਿਕਰੀਜ਼ ਹੋਏਗੀ ਤੇ ਇਨਵੈਸਟਮੈਂਟ ਅਗਰ ਆਪਾਂ ਨੂੰ ਪ੍ਰੋਫਿਟ ਜ਼ਿਆਦਾ ਹੁੰਦੇ ਨੇ ਤਾਂ ਇਨਵੈਸਟਮੈਂਟ ਜ਼ਿਆਦਾ ਕਰਾਂਗੇ ਪ੍ਰੋਫਿਟ ਘੱਟ ਨੇ ਤਾਂ ਇਨਵੈਸਟਮੈਂਟ ਘੱਟ ਰਹੇਗੀ ਕਿਉਂਕਿ ਇਹ ਮਾਰਜਨਲ ਐਫੀਸ਼ੀਐਂਸੀ ਆਫ ਕੈਪੀਟਲ ਤੇ ਡਿਪੈਂਡ ਕਰਦੀ ਹੈ ਰਿਜੈਕਸ਼ਨ ਆਫ ਲੈਸਿਸ ਫੇਅਰ ਪਾਲਿਸੀ ਕਹਿੰਦੇ ਕੇਨਸ ਨੇ ਬੋਲਿਆ ਹੈ ਕਿ ਜਿਹੜੀ ਇਕੋਨਮੀ ਦੇ ਵਿੱਚ ਲੈਸਿਸ ਫੇਅਰ ਪਾਲਿਸੀ ਅਪਲਾਈ ਨਹੀਂ ਹੋਏਗੀ ਕਿ ਆਪਾਂ ਗਵਰਨਮੈਂਟ ਦੀ ਇੰਟਰਵੈਂਸ਼ਨ ਤੋਂ ਬਿਨਾ ਫ੍ਰੀ ਮਾਰਕੀਟ ਫੋਰਸਿਸ ਦੇ ਵਿੱਚ ਇਕੁਇਲਿਬਰੀਅਮ ਦੀ ਸਿਚੁਏਸ਼ਨ ਨਹੀਂ ਲੈ ਕੇ ਆ ਸਕਦੇ ਕਿਉਂਕਿ ਕਹਿੰਦੇ 1930 ਦੇ ਵਿੱਚ ਗ੍ਰੇਟ ਡਿਪਰੈਸ਼ਨ ਹੋਇਆ ਸੀ ਜਿਹਦੇ ਵਿੱਚ ਕਹਿੰਦੇ ਅਨਇੰਪਲੋਇਮੈਂਟ ਇਨਕਰੀਜ਼ ਹੋ ਗਈ ਸੀ ਤਾਂ ਅਨਇੰਪਲੋਇਮੈਂਟ ਇਨਕਰੀਜ਼ ਜਿਹੜੀ ਹੋ ਰਹੀ ਸੀ ਲਗਾਤਾਰ ਉਹਨੂੰ ਕਹਿੰਦੇ ਆਪਾਂ ਇਸ ਪ੍ਰੋਬਲਮ ਨੂੰ ਆਪਾਂ ਇਸ ਪ੍ਰੋਬਲਮ ਦਾ ਸੋਲੂਸ਼ਨ ਨਹੀਂ ਕਰ ਪਾ ਰਹੇ ਸੀ ਇੰਪਲੋਇਮੈਂਟ ਇਨਕਰੀਜ਼ ਨਹੀਂ ਹੋ ਰਹੀ ਸੀ ਤਦ ਕਹਿੰਦੇ ਗਵਰਨਮੈਂਟ ਨੂੰ ਇੰਟਰਵੈਂਸ਼ਨ ਲੈਣੀ ਪਈ ਸੀ ਡਿਫਰੈਂਟ ਜਿਹੜੇ ਆਪਣੇ ਪਾਲਿਸੀਜ਼ ਨੇ ਬਣਾਉਣੀਆਂ ਪਈਆਂ ਸੀ ਇਟ ਇਗਨੋਰਸ ਦਾ ਪ੍ਰੋਬਲਮਸ ਆਫ ਸ਼ਾਰਟ ਟਰਮ ਕਹਿੰਦੇ ਜਿਹੜਾ ਕਲਾਸੀਕਲਸ ਦਾ ਇਹ ਥਿਊਰੀ ਹੈ ਸ਼ਾਰਟ ਟਰਮ ਦੇ ਵਿੱਚ ਅਪਲਾਈ ਹੋ ਰਹੀ ਆ ਲੌਂਗ ਰਨ ਦੇ ਵਿੱਚ ਅਪਲਾਈ ਨਹੀਂ ਹੋ ਰਹੀ ਇਟ ਇਜ਼ ਨਾਟ ਅ ਐਨਾਲਿਸਟਿਕ ਆਫ ਜਨਰਲ ਇਕੁਇਲਿਬਰੀਅਮ ਦੇ ਬਾਰੇ ਨਹੀਂ ਦੱਸਦੀ ਇਹ ਕਹਿੰਦੇ ਇਟ ਇਜ਼ ਨਾਟ ਡੀਲਸ ਵਿਦ ਦਾ ਸਪੈਸ਼ਲ ਕੇਸਿਸ ਦੇ ਵਿੱਚ ਨਹੀਂ ਅਪਲਾਈ ਹੋ ਰਹੀ ਤੇ ਨਾਟ ਬੇਸਡ ਆਫ ਇੰਪੀਰੀਕਲ ਫੈਕਟਸ ਨਹੀਂ ਦੱਸ ਰਹੀ ਤਾਂ ਇਸ ਤੋਂ ਬਾਅਦ ਜਿਹੜਾ ਕੇਨਸ ਹੈ ਕੇਨਸ ਨੇ ਕਹਿੰਦੇ ਆਪਣੀ ਥਿਊਰੀ ਦਿੱਤੀ ਹੈ ਅਕੋਰਡਿੰਗ ਟੂ ਕੇਨਸ
केन्स ने क्रिटिसाइज करके अपनी थ्योरी दी है। दिस इज अ केन्जियन मॉडल ऑफ इनकम एंड इंप्लॉयमेंट डिटरमिनेशन। केन्स की कहते ने कहते डिमांड क्रिएट्स इट्स सप्लाई। उन्होंने बोलिया सी सप्लाई, क्लासिकल्स ने बोलिया सी सप्लाई क्रिएट्स इट्स ओन डिमांड, लेकिन केन्स कहते ने डिमांड क्रिएट्स इट्स सप्लाई। कहते डिमांड जी सप्लाई उन्होंने क्रिएट्स करती है। केन्जियन मॉडल है जो उन्हें क्लासिकल में क्रिटिकल्स किया। केन्जियन मॉडल आप कल पढ़ांगे, इसके बारे में थोड़ा जिहा दस देनी हाँ। केन्स ने बोलिया है कि डिमांड को पहल दी है, सप्लाई में इन्हें दूसरा तक दसिया। अगे रिजिडिटी इन प्राइस एंड वेज रेट, कहते आप प्राइस के वेज रेट को फ्लैक्सीबल नहीं कर सकते। अनइंप्लॉयमेंट इकोनॉमी के पाई जाती है, ठीक है। गवर्नमेंट इंटरवेंशन जरूरी है। तो इन्होंने की बोलिया शॉर्ट पीरियड जी केन्जियन थ्योरी है शॉर्ट पीरियड के अप्लाई होंगी है, क्योंकि शॉर्ट पीरियड के जो फिक्स फैक्टर तो वेरीएबल फैक्टर्स ने आप वेरीएबल फैक्टर्स की हेल्प के नाल जी अपनी आउटपुट और इनक्रीज कर सकते हैं। तो केन्जियन थ्योरी के परफेक्ट कॉम्पीटिशन पाया जाता है, सेम क्लासिकल की तरह है। लार्ज नंबर ऑफ बायर्स ने ते सैलर्स ने, जितने जो प्रोडक्ट्स ने होमोजीनियस प्रोडक्ट्स ने जो प्रोड्यूस किए जाते हैं। क्लोज्ड इकोनॉमी क्लासिकल थ्योरी की तरह ही जी केन्जियन थ्योरी है, ये भी क्लोज्ड इकोनॉमी है। ये इंटरनेशनल लैवल के जो एक्सपोर्ट इंपोर्ट ने वो नहीं किए जाते, एक्सटर्नल इफैक्ट इकोनॉमी पर नहीं पै रहे। लेबर इज ओनली वेरीएबल फैक्टर ऑफ प्रोडक्शन। कहते क्लासिकल की तरह ही ये शॉर्ट रन एनालिसिस है, इन्हें लॉन्ग रन के भी दसिया है कि ਜਿਹੜੇ अपने प्रोडक्शन जो अपनी इनक्रीज करनी है तो वो सिर्फ आप लेबर में इनक्रीज करके जी अपनी प्रोडक्शन शॉर्ट रन की कर सकते हैं, इनक्रीज कर सकते हैं। लेकिन लॉन्ग रन के जो सारे फैक्टर्स ने वो की होंगे ने प्रोडक्शन के वेरीएबल्स होंगे ने, सबनों आप इनक्रीज करके प्रोडक्शन इनक्रीज कर सकते हैं। कॉन्सटेंट टैक्नोलॉजी क्लासिकल्स की तरह ने इन्होंने बोलिया है कि जी अपनी टैक्नोलॉजी और की रहेगी कॉन्सटेंट रहेगी। टैक्नोलॉजी के आप इनक्रीज नहीं कर सकते, क्योंकि कहते टैक्नीकल इंप्रूवमेंट नहीं, सिर्फ टैक्नोलॉजी की रहेगी फिक्स रहेगी। एंड मनी इलस्ट्रेशंस कहते मनी इन्होंने बिलीव किया है कि नॉमिनल तो रियल वेजिस चेंज होंदियां ने, ठीक है। तो उस तो बाद मनी इज़ आ स्टोर ऑफ वैल्यू कि मनी को आप स्टोर कर सकते हैं, क्योंकि मनी इज़ नॉट आ एक्सचेंज। मनी सिर्फ आप एक्सचेंज के लिए नहीं वरतते, मनी को आप स्टोर करने के लिए भी वरत सकते हैं। सेविंग एंड इन्वेस्टमेंट फंक्शनस कहते इन्होंने ये दसिया है कि सेविंग तो जी इन्वेस्टमेंट है ये रेट ऑफ इंटरस्ट डिपेंड नहीं करती। ये कहते इस तो इलावा इनकम तो जी अपनी मार्जिनल एफिशिएंसी ऑफ कैपिटल है उस पर डिपेंड करती है। सेविंग कहते इनकम बदन जो बढ़ती है तो सेविंग बढ़ेगी, इनकम घटने के नाल सेविंग घटेगी। दूसरी तरफ कहते इन्वेस्टमेंट कोई भी प्रोड्यूसर उदों ही वधाएगा जो कहते जो भी इन्वेस्टमेंट होंगी है वो मार्जिनल एफिशिएंसी ऑफ कैपिटल इनक्रीज होगी है। अगर MEC डिक्रीज होएगी तो इन्वेस्टमेंट भी की होएगी, डिक्रीज होएगी। उस तो बाद है मनी एज आ स्टोर ऑफ वैल्यू। क्लासिकल्स ने बोलिया कि मनी को सिर्फ आप मनी इज़ नॉट अ स्टोर ऑफ वैल्यू, मनी को आप स्टोर नहीं कर सकते, सेव नहीं कर सकते कि जी सारी सेविंग होएगी उन्होंने आप इन्वेस्ट करांगे। क्योंकि कहते जी इन्वेस्टमेंट एक्सपेंडिचर है तो कंजम्पशन एक्सपेंडिचर है, दो ही तरह के जो एक्सपेंडिचर्स ने किए जाते हैं। अगर सेविंग ज़्यादा है तो रेट ऑफ इंटरस्ट कट के S=I हो जाएगा। लेकिन केन्स ने बोलिया है कि लोग ने जो हैव्स ने जो रिच परसनस ने वो अपनी इनकम के विचों कुछ ना कुछ पार्ट की करेंगे, सेव भी करेंगे, क्योंकि सेविंग केड़ा है वो इनकम पर डिपेंड करता है। अज की जी अपनी क्लासिकल थ्योरी से कंप्लीट हो रही है, लेकिन जी केन्जियन थ्योरी आप नैक्सट लैक्चर के करते हैं। अज तो अपना ये टॉपिक इतने ही खत्म होता है। धन्यवाद।